ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਇਸ ਪ੍ਰੋਗਰਾਮ ਦੇ ਵਿੱਚ ਅੱਜ ਚਰਚਾ ਰਹੇਗੀ ਕਿ ਆਖਿਰਕਾਰ ਹੁਣ ਕਾਂਗਰਸ ਦਾ ਪੰਜਾਬ 'ਚ ਕੀ ਬਣੇਗਾ, ਕੀ ਹੋਣ ਜਾ ਰਿਹਾ ਕਾਂਗਰਸ ਦੇ ਵਿੱਚ ਵੱਡਾ, ਤੇ ਕਈ ਕੁਐਸਚਨ ਮਾਰਕ ਹੁਣ ਲੱਗ ਰਹੇ ਨੇ ਕਾਂਗਰਸ ਦੇ ਉੱਤੇ ਕਿ ਕੁਝ ਕਾਂਗਰਸ ਦੀ ਹਾਈਕਮਾਨ ਕਰ ਸਕਦੀ ਹੈ ਪੰਜਾਬ ਦੇ ਵਿੱਚ, ਕਿਹੋ ਜਿਹੀਆਂ ਕਾਰਵਾਈਆਂ ਨੂੰ ਅੰਜਾਮ ਜਿਹੜਾ ਦਿੱਤਾ ਜਾ ਸਕਦਾ ਹੈ। ਇਸ ਦੇ ਉੱਤੇ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਦੇ ਉੱਤੇ ਰਹੇਗੀ। ਡੱਲਾ ਸਾਹਿਬ ਸਾਡੇ ਨਾਲ ਮੌਜੂਦ ਨੇ। ਡੱਲਾ ਸਾਹਿਬ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਕਰਾਂ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ। ਡੱਲਾ ਸਾਹਿਬ, ਕਿਸ ਤਰ੍ਹਾਂ ਲੱਗ ਰਿਹਾ ਹੈ ਜਿਸ ਤਰ੍ਹਾਂ ਦਾ ਘਮਸਾਨ ਹੁਣ ਚੱਲ ਰਿਹਾ ਹੈ? ਹਾਈਕਮਾਨ ਦੀ ਐਂਟਰੀ ਤਾਂ ਤੈਅ ਹੈ ਕਿ ਹਾਈਕਮਾਨ ਐਂਟਰੀ ਕਰੇਗੀ, ਪਰ ਕਿਸ ਕਦਰ ਤੇ ਕਿਸ ਰਸਤੇ ਤੋਂ ਐਂਟਰੀ ਹੋ ਸਕਦੀ ਹੈ ਹਾਈਕਮਾਨ ਦੀ? ਨਹੀਂ, ਹਾਈ ਕਮਾਂਡ ਦੀ ਐਂਟਰੀ ਤਾਂ ਗਗਨ ਪਹਿਲਾਂ ਹੀ ਹੋਈ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਹਾਈ ਕਮਾਂਡ ਦਾ ਐਕਸ਼ਨ ਕੀ ਹੋਊਗਾ। ਔਰ ਹਾਈ ਕਮਾਂਡ ਨੇ, ਜਿਵੇਂ ਮੈਂ ਕੱਲ ਦੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ, ਕਈ ਪਲਾਨ ਬਣਾ ਰੱਖੇ ਨੇ ਹਾਈ ਕਮਾਂਡ ਨੇ। ਪਲਾਨ ਏ ਸੀ ਹਰੀਸ਼ ਰਾਵਤ ਨੂੰ ਭੇਜਣਾ, ਫੇਲ ਹੋ ਗਿਆ। ਪਲਾਨ ਬੀ ਹੈ, ਕਾਂਗਰਸ ਚਾਹੂਗੀ ਕਿ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਵੇ, ਦਲਿਤ ਮੁੱਖ ਮੰਤਰੀ ਦੇ ਨਾਲ ਦਲਿਤ ਡਿਪਟੀ ਮੁੱਖ ਮੰਤਰੀ ਲਾਇਆ ਜਾਵੇ, ਔਰ ਉਹ ਦਲਿਤ ਚਿਹਰਾ ਕਿਹੜਾ ਹੋਊਗਾ ਉਹਦੇ ਤੇ ਕਾਂਗਰਸ ਦੇ ਵਿੱਚ ਅੰਦਰ ਖਾਤੇ ਹਾਈ ਕਮਾਂਡ ਹੈ ਜਿਹੜੀ ਸੋਚ ਵਿਚਾਰ ਕਰ ਰਹੀ ਹੈ। ਔਰ ਇਸ ਤੋਂ ਪਹਿਲਾਂ, ਇਸ ਪਲਾਨ ਨੂੰ ਐਗਜ਼ੀਕਿਊਟ ਕਰਨ ਤੋਂ ਪਹਿਲਾਂ, ਇਸ ਪਲਾਨ ਨੂੰ ਲਾਗੂ ਕਰਨ ਤੋਂ ਪਹਿਲਾਂ ਸਰਕਾਰ ਦੀ ਕੋਸ਼ਿਸ਼ ਇਹ ਹੋਊਗੀ ਕਿ ਕਾਂਗਰਸ ਦੀ ਕੋਸ਼ਿਸ਼ ਇਹ ਹੋਊਗੀ ਹਾਈ ਕਮਾਂਡ ਦੀ ਕਿ ਕੈਪਟਨ ਅਮਰਿੰਦਰ ਮੁੱਖ ਮੰਤਰੀ ਬਣੇ ਰਹਿਣ, ਸਿੱਧੂ ਪ੍ਰਧਾਨ ਬਣਿਆ ਰਵੇ, ਔਰ ਡਿਪਟੀ ਮੁੱਖ ਮੰਤਰੀ ਇੱਕ ਲਾ ਦਿੱਤਾ ਜਾਵੇ ਦਲਿਤ ਚਿਹਰਾ, ਤਾਂ ਕਿ ਕਾਂਗਰਸ ਇਕੱਠੀ ਰਵੇ। ਅਗਰ ਪਲਾਨ ਬੀ ਫੇਲ ਹੁੰਦਾ ਤਾਂ ਫਿਰ ਪਲਾਨ ਸੀ ਹੈ। ਅਗਰ ਲੱਗਦਾ ਹੈ ਕਾਂਗਰਸ ਨੂੰ ਕਿ ਹਾਲਾਤ ਕੰਟਰੋਲ 'ਚ ਨਹੀਂ ਆਉਂਦੇ, ਸਿੱਧੂ ਤੇ ਕੈਪਟਨ ਦਾ ਕਿਸੇ ਵੀ ਰੂਪ ਦੇ ਵਿੱਚ ਇਕੱਠੇ ਚੱਲਣਾ ਇਹਨਾਂ ਦੋਨਾਂ ਨੂੰ ਮਨਜ਼ੂਰ ਨਹੀਂ ਹੈ, ਜਾਂ ਅਗਰ ਕਾਂਗਰਸ ਹਾਈ ਕਮਾਂਡ ਕਹਿੰਦੀ ਹੈ ਕਿ ਅਸੀਂ ਸਿੱਧੂ ਨੂੰ ਪ੍ਰਧਾਨ ਦੇਖਣਾ ਚਾਹੁੰਦੇ ਹਾਂ, ਤੇ ਅਗਰ ਕੈਪਟਨ ਅਮਰਿੰਦਰ ਅੜ ਗਏ ਵੀ ਨਹੀਂ ਇਹ ਸੰਭਵ ਨਹੀਂ ਹੈ, ਤੇ ਉਸ ਸਥਿਤੀਆਂ ਦੇ ਵਿੱਚ ਕਾਂਗਰਸ ਦੀ ਹਾਈ ਕਮਾਂਡ ਪਲਾਨ ਸੀ ਨੂੰ ਐਗਜ਼ੀਕਿਊਟ ਕਰ ਸਕਦੀ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਤਿਆਰੀ ਹੈ ਜਿਹੜੀ ਉਹ ਇਸ ਰੂਪ 'ਚ ਹੁਣ ਹਾਈ ਕਮਾਂਡ ਕਰੇਗੀ। ਗਗਨ, ਮੈਨੂੰ ਇਹ ਲੱਗਦਾ ਜੋ ਹਾਲਾਤ ਬਣ ਗਏ ਆਉਂਦੇ ਕੁਝ ਦਿਨਾਂ ਦੇ ਵਿੱਚ, ਪਹਿਲਾਂ ਤਾਂ ਹਾਈ ਕਮਾਂਡ ਦੀ ਕੋਸ਼ਿਸ਼ ਹੋਊਗੀ ਕਿ ਮੰਤਰੀ ਮੰਡਲ ਦਾ ਵਿਸਥਾਰ ਕਰੀਏ। ਦੂਜੇ ਪਾਸੇ ਇਹ ਦੇਖਣ ਵਾਲੀ ਗੱਲ ਹੈ, ਕਿਉਂਕਿ ਮੰਤਰੀ ਮੰਡਲ ਦਾ ਵਿਸਥਾਰ ਹੈ ਜਿਹੜਾ ਉਹ ਮੁੱਖ ਮੰਤਰੀ ਦਾ ਵੀ ਅਧਿਕਾਰ ਖੇਤਰ ਹੁੰਦਾ ਹੈ। ਇਹ ਵੀ ਹੋ ਸਕਦਾ ਹੈ ਕਿ ਕੈਪਟਨ ਅਮਰਿੰਦਰ ਆਪਣੇ ਪੱਧਰ ਤੇ ਮੰਤਰੀ ਮੰਡਲ ਦਾ ਵਿਸਥਾਰ ਕਰਨ ਦੀ ਸੋਚਣ, ਤੇ ਇੱਕ ਮੰਤਰੀ ਦਾ ਜਿਹੜਾ ਉਹਦਾ ਖਾਲੀ ਹੈ। ਦੇਖੋ, ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਕਾਂਗਰਸ ਦੀ। ਪ੍ਰਸ਼ਾਂਤ ਕਿਸ਼ੋਰ ਨੂੰ ਲਿਆਂਦਾ, ਕਹਿੰਦੇ ਜੀ ਮੁੱਖ ਸਲਾਹਕਾਰ ਬਣਾਤਾ, ਕਿ ਜਿਹੜਾ ਉਹਦਾ ਮੰਤਰੀ ਦਾ ਭਰਿਆ ਜਾ ਸਕਦਾ ਉਹ ਖਾਲੀ ਰੱਖੀ ਬੈਠੀ ਹੈ ਕਾਂਗਰਸ। ਹੈ ਗਗਨ ਜੀ, ਇਹ ਤਾਂ ਉਹ ਗੱਲ ਹੋ ਗਈ ਨਾ ਵੀ ਆਪਣਾ ਜਿਹੜਾ ਹੱਕ ਹੈ ਸਰਕਾਰ ਦਾ, ਮੰਤਰੀ ਮੰਡਲ ਦਾ ਖਾਲੀ ਉਹਦਾ ਭਰਨ ਦਾ, ਉਹ ਭਰਿਆ ਨਹੀਂ, ਤੇ ਹੋਰ ਇਧਰੋਂ ਸਲਾਹਕਾਰ ਲਾ ਲੇ, OSD ਲਾ ਲੇ, ਉਹ ਫੌਜਾਂ ਦੀ ਭਰਤੀ ਹੋਈ ਜਾਂਦੀ ਹੈ। ਮੰਤਰੀ ਜਿਹਨੇ ਐਗਜ਼ੀਕਿਊਟ ਕਰਨਾ, ਕੰਮ ਕਰਨਾ, ਜਾਂ ਇਹ ਕਹ ਲਓ ਵੀ ਡੰਮੀ ਅਫਸਰ ਬਹੁਤ ਭਰਤੀ ਹੋ ਗਏ, ਕੰਮ ਕਰਨ ਵਾਲਾ ਮੰਤਰੀ ਦਾ ਉਹਦਾ ਖਾਲੀ ਹੈ। ਬੜੀ ਹੈਰਾਨੀ ਵਾਲੀ ਗੱਲ ਹੈ, 18ਵਾਂ ਮੰਤਰੀ ਨਹੀਂ ਹੈਗਾ ਪੰਜਾਬ ਦੀ ਸਰਕਾਰ ਦੇ ਵਿੱਚ, ਇੱਕ ਮੰਤਰੀ ਤੋਂ ਬਿਨਾਂ ਹੀ ਪੰਜਾਬ ਦੀ ਸਰਕਾਰ ਚੱਲੀ ਜਾਂਦੀ ਹੈ। ਹੁਣ ਉਹ ਮੰਤਰੀ ਭਰਨਾ ਚਾਹੀਦਾ ਸੀ। ਹੁਣ ਉਹ ਮੰਤਰੀ ਜਾਂ ਤਾਂ ਹਾਈ ਕਮਾਂਡ ਨੇ ਨਹੀਂ ਭਰਨ ਦਿੱਤਾ, ਵੀ ਜਾਂ ਤਾਂ ਆਊਗਾ ਸਿੱਧੂ ਆਊਗਾ, ਨਹੀਂ ਤਾਂ ਉਹ ਉਹਦਾ ਖਾਲੀ ਰਹੂਗਾ। ਇਹ ਵੀ ਕਾਂਗਰਸ ਦੀ ਗੱਲ ਹੋ ਸਕਦੀ ਹੈ, ਕਿਉਂਕਿ ਇਸੇ ਕਰਕੇ ਕੈਪਟਨ ਅਮਰਿੰਦਰ ਅੱਜ ਤੱਕ ਉਹ ਉਹਦਾ ਭਰ ਨਹੀਂ ਸਕੇਗਾ। ਹੁਣ ਇਹ ਲੱਗਦਾ ਹੈ ਕਿ ਜਦੋਂ ਤੜਿੱਕ ਹੋਈ ਹੈ ਆਪਸ 'ਚ ਸਿੱਧੂ ਤੇ ਕੈਪਟਨ ਦੀ, ਇਹ ਵੀ ਹੋ ਸਕਦਾ ਕੈਪਟਨ ਅਮਰਿੰਦਰ ਚਾਹੁਣ ਵੀ ਹੁਣ ਮੈਂ ਇਹ ਉਹਦਾ ਭਰਨਾ ਹੀ ਭਰਨਾ। ਸੋ ਅਗਰ ਹਾਈ ਕਮਾਂਡ ਕੈਪਟਨ ਅਮਰਿੰਦਰ ਦੇ ਵਿਚਾਲੇ ਆਪਸ 'ਚ ਮਤਭੇਦ ਗਹਿਰਾਉਂਦੇ ਨੇ, ਤੇ ਫਿਰ ਕਾਂਗਰਸ 'ਚ ਬਹੁਤ ਵੱਡੇ ਉਲਟ ਫੇਰ ਹੋ ਸਕਦੇ ਨੇ। ਉਹਨਾਂ ਉਲਟ ਫੇਰਾਂ ਦੇ ਵਿੱਚੋਂ ਮੈਨੂੰ ਇਹ ਲੱਗਦਾ ਸਭ ਤੋਂ ਪਹਿਲਾਂ ਤਾਂ ਹੁਣ ਕਾਂਗਰਸ ਦੀ ਜਿਹੜੀ ਕੋਸ਼ਿਸ਼ ਹੋਣੀ ਹੈ ਕਿ ਉਹ ਉਲਟ ਫੇਰ ਨਾ ਹੋਣ, ਹਾਈ ਕਮਾਂਡ ਦੀ ਕੋਸ਼ਿਸ਼ ਹੋਣੀ ਹੈ। ਅਗਰ ਸਥਿਤੀਆਂ ਨਾ ਕੰਟਰੋਲ ਹੋਈਆਂ ਫਿਰ ਉਹ ਉਲਟ ਫੇਰ ਗਗਨ ਹੋ ਕੇ ਰਹੂਗਾ। ਹੁਣ ਹੋਊਗਾ ਕੀ ਕਾਂਗਰਸ 'ਚ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਇਹ ਬਹੁਤ ਵੱਡਾ ਸਵਾਲ ਹੈ। ਆਮ ਲੋਕ ਪੁੱਛਦੇ ਨੇ ਵੀ ਕਾਂਗਰਸ 'ਚ ਹੁਣ ਕੀ ਹੋਊ, ਕੀ ਹੋ ਸਕਦਾ। ਮੈਂ ਉਹਦੀ ਗੱਲ ਜ਼ਰੂਰ ਕਰਦਾ। ਹੁਣ ਇਹ ਹੋ ਸਕਦਾ ਹੈ ਕਿ ਕਾਂਗਰਸ ਕੋਈ ਨਾ ਕੋਈ ਓਬਜ਼ਰਵਰ ਭੇਜੇ ਗਗਨ, ਕੋਈ ਨਾ ਕੋਈ ਦਿੱਲੀ ਤੋਂ ਓਬਜ਼ਰਵਰ ਭੇਜੇ ਕਾਂਗਰਸ। ਜਿਹੜੇ ਉਹ ਓਬਜ਼ਰਵਰ ਨੇ ਉਹ ਵੱਖਰੇ ਵੱਖਰੇ ਰੂਪ ਦੇ ਵਿੱਚ ਜਾਂ ਗੁੱਟਾਂ ਦੇ ਵਿੱਚ ਪਾਰਟੀ ਦੇ ਵਿਧਾਇਕਾਂ ਨੂੰ ਮਿਲ ਸਕਦੇ ਨੇ, ਜਾਂ ਕਿਸੇ ਇੱਕ ਦਿਨ ਉਹ ਓਬਜ਼ਰਵਰ ਕਿਤੇ ਮੀਟਿੰਗ ਰੱਖ ਸਕਦੇ ਨੇ, ਤੇ ਇੱਕ ਇੱਕ ਕਰਕੇ ਜਾਂ ਪੰਜ ਪੰਜ ਕਰਕੇ 10 ਦਿਨਾਂ ਦੇ ਵਿੱਚ ਜਾਂ 7 ਦਿਨਾਂ ਦੇ ਵਿੱਚ ਸਾਰੇ ਜਿਹੜੇ ਵਿਧਾਇਕ ਨੇ ਓਬਜ਼ਰਵਰ ਉਹਨਾਂ ਨਾਲ ਗੱਲਬਾਤ ਕਰਨ, ਉਹਨਾਂ ਤੋਂ ਪੁੱਛਣ ਕਿ ਤੁਹਾਡੀਆਂ ਕੀ ਦਿੱਕਤਾਂ ਨੇ, ਸਰਕਾਰ 'ਚ ਤੁਹਾਨੂੰ ਭਰੋਸਾ ਹੈ ਜਾਂ ਨਹੀਂ ਹੈ, ਸਰਕਾਰ ਨੇ ਵਾਅਦੇ ਪੂਰੇ ਕੀਤੇ ਜਾਂ ਨਹੀਂ ਕੀਤੇ, ਘਰ ਘਰ ਰੁਜ਼ਗਾਰ ਦਿੱਤਾ ਗਿਆ ਜਾਂ ਨਹੀਂ ਦਿੱਤਾ ਗਿਆ, ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਹੋਇਆ ਜਾਂ ਨਹੀਂ ਹੋਇਆ, ਨੌਕਰੀ ਘਰੇ ਘਰੇ ਦਿੱਤੀ ਗਈ ਜਾਂ ਨਹੀਂ ਗਈ, ਸਾਰੇ ਨੌਜਵਾਨਾਂ ਨੂੰ ਮੋਬਾਈਲ ਵੰਡੇ ਗਏ ਕਿ ਨਹੀਂ ਵੰਡੇ ਗਏ। ਸਭ ਤੋਂ ਵੱਡਾ ਸਵਾਲ ਕਿ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਜਾਂ ਸਰਕਾਰ ਨੇ ਸਿਆਸਤ ਕੀਤੀ। ਜਦੋਂ ਕੋਈ ਚੋਣ ਅਬਜ਼ਰਵਰ ਆਉਂਦਾ ਨਾ, ਜਾਂ ਪਾਰਟੀ ਦਾ ਅਬਜ਼ਰਵਰ ਆਉਂਦਾ ਗਗਨ, ਇੱਕ ਸੁਪਰਡੈਂਟ ਦੀ ਭੂਮਿਕਾ ਅਦਾ ਕਰਦਾ। ਜਿਵੇਂ ਵਿਦਿਆਰਥੀਆਂ ਦਾ ਆਪਸ 'ਚ ਝਗੜਾ ਹੋ ਜੇ ਨਾ ਜੀ, ਤੇ ਜਿਹੜਾ ਕੋਈ ਟੀਚਰ ਹੈ
ਉਹਦੀ ਡਿਊਟੀ ਲਾ ਦਿੰਦਾ ਪ੍ਰਿੰਸੀਪਲ ਵੀ ਵਿਦਿਆਰਥੀਆਂ ਦੀ ਗੱਲ ਸੁਣੋ, ਤੇ ਫਿਰ ਵਿਦਿਆਰਥੀ ਆਪਣੇ ਦਿਲ ਦਾ ਗੁਬਾਰ ਕੱਢਦੇ ਨੇ। ਜਾਂ ਜਿਵੇਂ ਕੋਈ ਪੰਚਾਇਤੀ ਰਾਜੀਨਾਮਾ ਹੋਣਾ ਹੋਵੇ, ਪੰਚਾਇਤ 'ਚ ਗੱਲ ਆਉਂਦੀ ਹੈ ਤੇ ਦੋਵਾਂ ਪੱਖਾਂ ਦੀ ਗੱਲ ਸੁਣੀ ਜਾਂਦੀ ਹੈ, ਪਰ ਇੱਥੇ ਇਕੱਲੇ ਤੋਂ ਸੁਣਨਗੇ। ਜਿਹੜਾ ਆਬਜ਼ਰਵਰ ਆਊਗਾ ਸੈਂਟਰ ਤੋਂ, ਉਹ ਇਕੱਲੇ ਵਿਧਾਇਕ ਦੀ ਗੱਲ ਸੁਣੂਗਾ, ਫਿਰ ਉਹ ਆਬਜ਼ਰਵਰ ਆਪਣੀ ਰਿਪੋਰਟ ਬਣਾਊਗਾ, ਫਿਰ ਉਹ ਰਿਪੋਰਟ ਹਾਈ ਕਮਾਂਡ ਨਾਲ, ਪਾਰਟੀ ਪ੍ਰਧਾਨ ਨਾਲ ਸਾਂਝੀ ਕਰੂਗਾ। ਉਹਦੇ ਆਧਾਰ ਦੇ ਉੱਤੇ ਫਿਰ ਪਾਰਟੀ ਹਾਈ ਕਮਾਂਡ ਕੋਈ ਫੈਸਲਾ ਲਊ। ਉਹ ਫੈਸਲਾ ਇਹ ਵੀ ਹੋ ਸਕਦਾ ਹੈ ਕਿ ਪਾਰਟੀ ਸਾਰੇ ਵਿਧਾਇਕ ਦਲਾਂ ਦੀ ਬੈਠਕ ਬੁਲਾ ਲੇ, ਕਿ ਵਿਧਾਇਕ ਦਲ ਦੀ ਬੈਠਕ ਦੇ ਵਿੱਚ ਜਿਹੜੇ ਸਾਬਕਾ ਵਿਧਾਇਕਾਂ ਦੇ ਮੁਖੀ ਨੇ ਉਹ ਆਪਣਾ ਭਰੋਸਾ ਪ੍ਰਗਟਾ ਸਕਦੇ ਨੇ, ਜਾਂ ਵਿਧਾਇਕ ਆਪਣਾ ਨਵਾਂ ਵਿਧਾਇਕ ਦਲ ਦਾ ਆਗੂ ਚੁਣਨਾ ਚਾਹੁੰਦੇ ਨੇ। ਇਹ ਸਲਾਹ ਮਸ਼ਵਰੇ ਹੋ ਸਕਦੇ ਨੇ ਉਹਦੇ ਵਿੱਚ। ਸੋ ਇਹ ਗੱਲਾਂ ਹੁੰਦੀਆਂ ਨੇ ਲਗਭਗ ਅਖੀਰੀਆਂ, ਜਦੋਂ ਪਾਰਟੀ ਹਾਈ ਕਮਾਂਡ ਕੋਈ ਮਨ ਬਣਾ ਲੈਂਦੀ ਹੈ ਕਿ ਅਸੀਂ ਇਹ ਫੈਸਲਾ ਕਰਨਾ, ਕਿਉਂਕਿ ਬੀਜੇਪੀ ਤੇ ਕਾਂਗਰਸ 'ਚ ਫਰਕ ਹੈ ਬੁਨਿਆਦੀ ਤੌਰ ਤੇ। ਅਕਾਲੀ ਦਲ 'ਚ ਵੀ ਜੋ ਫੈਸਲਾ ਕਰਤਾ ਸੁਖਬੀਰ ਬਾਦਲ ਨੇ, ਪ੍ਰਕਾਸ਼ ਸਿੰਘ ਬਾਦਲ ਨੇ, ਉਹ ਪੱਥਰ ਤੇ ਲਕੀਰ ਹੈ, ਛੇਤੀ ਮੁੜਦਾ ਨਹੀਂ, ਨਾ ਉਹਦਾ ਕੋਈ ਵਿਰੋਧ ਕਰਦਾ। ਕਾਂਗਰਸ 'ਚ ਵੀ ਜੋ ਬੀਜੇਪੀ 'ਚ ਵੀ ਜੋ ਫੈਸਲਾ ਭਾਜਪਾ ਪ੍ਰਧਾਨ ਨੇ ਕਰਤਾ ਜਾਂ ਮੋਦੀ ਸਾਹਿਬ ਜਾਂ ਅਮਿਤ ਸ਼ਾਹ ਨੇ ਕਰਤਾ, ਉਹਨੂੰ ਕੋਈ ਟੋਕਦਾ ਨਹੀਂ। ਦੇਖੋ ਨਾ ਜੀ, ਉੱਥੇ ਅਸਾਮ ਦੇ ਵਿੱਚ ਉਹਨਾਂ ਨੇ ਮੁੱਖ ਮੰਤਰੀ ਲਾਤੇ, ਜਿਹੜੇ ਪੁਰਾਣੇ ਮੁੱਖ ਮੰਤਰੀ ਸੀ ਉਹ ਚੋਣ ਲੜੇ, ਜਿੱਤੇ ਵੀ, ਪਰ ਉਹਨਾਂ ਨੂੰ ਦੁਬਾਰਾ ਮੁੱਖ ਮੰਤਰੀ ਨਹੀਂ ਬਣਾਇਆ, ਤੇ ਉਹ ਕੁਸਕੇ ਵੀ ਨਹੀਂ, ਉਹਨਾਂ ਨੇ ਸ਼ਾਨ ਨਾਲ ਸਵੀਕਾਰ ਕਰ ਲਿਆ। ਦੇਖੋ ਪੰਜਾਬ 'ਚ ਆਪਣੇ ਜਿਹੜੇ ਅੰਮ੍ਰਿਤਸਰ ਵਾਲੇ ਪੁਰਾਣੇ ਪ੍ਰਧਾਨ ਸੀ ਬੀਜੇਪੀ ਦੇ, ਉਹਨਾਂ ਦੀ ਥਾਂ ਤੇ ਨਵੇਂ ਅਸ਼ਵਨੀ ਸ਼ਰਮਾ ਲਾਏ ਸੀ, ਉਹ ਬਿਲਕੁਲ ਨਾਲ ਚੱਲਦੇ ਆ। ਇਸ ਤੋਂ ਪਹਿਲਾਂ ਜਿਹੜੇ ਹੁਣ ਆਲ ਇੰਡੀਆ ਦੇ ਕਮਿਸ਼ਨ ਦੇ ਵਿੱਚ ਚੇਅਰਮੈਨ ਲਾਏ ਨੇ, ਸਾਂਪਲਾ ਸਾਹਿਬ, ਉਹ ਪ੍ਰਧਾਨ ਸੀ, ਤੇ ਜਦੋਂ ਉਹਨਾਂ ਨੂੰ ਹਟਾਇਆ ਕਿਸੇ ਨੇ ਭਾਜਪਾ 'ਚ ਚੂੰ ਨਹੀਂ ਕੀਤੀ। ਇਹ ਪਾਰਟੀਆਂ ਦੇ ਡਿਸਪਲਿਨ ਨੇ, ਪਰ ਕਾਂਗਰਸ 'ਚ ਜਿਹਾ ਨਹੀਂ ਹੈ। ਕਾਂਗਰਸ 'ਚ ਤਾਂ ਬਹੁਤ ਸ਼ੋਰ ਸ਼ਰਾਬਾ, ਰੌਲਾ ਰੱਪਾ ਪੈਂਦਾ। ਅਗਰ ਇਹ ਨੌਬਤ ਆਈ ਕਿ ਨਵੇਂ ਸਿਰੇ ਤੋਂ ਜਾਂ ਮੌਜੂਦਾ ਕਿਸੇ ਵੀ ਵਿਧਾਇਕ ਦਲ ਦੇ ਲੀਡਰ ਨੂੰ ਕਾਂਗਰਸ ਦੇ ਨੂੰ ਆਪਣਾ ਬਹੁਮਤ ਸਾਬਤ ਕਰਨਾ ਪੈ ਜੇ, ਤੇ ਉੱਥੇ ਖੂਬ ਰੌਲਾ ਰੱਪਾ ਹੋਊਗਾ, ਜੋੜ ਤੋੜ ਦੀ ਸਿਆਸਤ ਅਸੀਂ ਬਹੁਤ ਦੇਖਾਂਗੇ। ਸੋ ਇਹ ਸਥਿਤੀਆਂ ਆਉਣੀਆਂ ਤਾਂ ਨਹੀਂ ਚਾਹੀਦੀਆਂ, ਪਰ ਕਾਂਗਰਸ 'ਚ, ਕਿਉਂਕਿ ਸਵਾਲ ਲੋਕਾਂ ਦੇ ਜ਼ਿਹਨ 'ਚ ਇਹ ਹੈ ਵੀ ਹੁਣ ਕੀ ਹੋਊ, ਤੇ ਹੁਣ ਕੁਝ ਵੀ ਹੋ ਸਕਦਾ। ਹੁਣ ਆਉਂਦੇ ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਟੁੱਟ ਵੀ ਹੋ ਸਕਦੀ ਹੈ। ਕਾਂਗਰਸ ਇਕਜੁੱਟ ਹੋ ਜੇ ਆਉਂਦੇ ਦਿਨਾਂ ਦੇ ਵਿੱਚ, ਇਹ ਹਜੇ ਨਜ਼ਰ ਨਹੀਂ ਆਉਂਦੀ, ਕਿਉਂਕਿ ਮੀਟਿੰਗਾਂ ਦਾ ਦੌਰ ਬਹੁਤ ਚੰਗੀ ਤਰ੍ਹਾਂ ਚੱਲ ਰਿਹਾ। ਦੇਖੋ, ਇੱਕ ਮੈਂ ਗੱਲ ਹੋਰ ਦੱਸਾਂ, ਕੁਝ ਸਮਾਂ ਪਹਿਲਾਂ, ਸਾਲ ਡੇਢ ਸਾਲ ਪਹਿਲਾਂ, ਕਈ ਵਿਧਾਇਕ ਨੇ ਜਿਹੜੇ 4-4, 5-5, 3-3 ਵਾਰ ਦੇ ਐਮਐਲਏ ਜਿਨ੍ਹਾਂ ਨੂੰ ਸੈੱਟ ਨਹੀਂ ਕੀਤਾ ਗਿਆ ਮੰਤਰੀ ਦੇ ਤੌਰ ਤੇ, ਉਹ ਵੀ ਨਿਰਾਸ਼ ਹੋ ਕੇ ਪਾਰਟੀ ਹਾਈ ਕਮਾਂਡ ਕੋਲੇ ਗਏ ਸੀ ਮੀਟਿੰਗਾਂ ਕਰਨ, ਰਾਹੁਲ ਗਾਂਧੀ ਕੋਲੇ ਵੀ ਗਏ ਸੀ। ਫਿਰ ਉਹਨਾਂ ਨੇ ਆਪਣੀ ਨਾਰਾਜ਼ਗੀ ਮੀਟਿੰਗਾਂ ਕਰਕੇ ਵੀ ਪ੍ਰਗਟਾਈ, ਲੇਕਿਨ ਉਸ ਵਕਤ ਕਾਂਗਰਸ ਦੀ ਸਰਕਾਰ ਜਾਂ ਕੈਪਟਨ ਅਮਰਿੰਦਰ ਤੇ ਕੋਈ ਵੱਡਾ ਖਤਰਾ ਨਹੀਂ ਆਇਆ। ਵਿੱਚ ਜਿਹੜੇ ਦਲਿਤ ਭਾਈਚਾਰੇ ਦੇ ਸਾਡੇ ਲੀਡਰ ਨੇ, ਉਹਨਾਂ ਨੂੰ ਉਸ ਤਰੀਕੇ ਦਾ ਹੱਕ ਨਹੀਂ ਮਿਲਿਆ ਸਰਕਾਰ 'ਚ, ਉਸ ਤਰੀਕੇ ਦੇ ਅਹੁਦੇ ਨਹੀਂ ਮਿਲੇ ਜਿਹਦੇ 'ਚ ਉਹ ਆਪਣੇ ਸਮਾਜ ਲਈ ਖੁੱਲ੍ਹ ਕੇ ਕੰਮ ਕਰਨ ਸਕਣ। ਉਹਨਾਂ ਨੇ ਵੀ ਵਿੱਚ ਨਾਰਾਜ਼ਗੀ ਪ੍ਰਗਟਾਈ, ਪਰ ਉਹਨਾਂ ਨੂੰ ਵੀ ਸਮਝਾ ਬੁਝਾ ਲਿਆ ਗਿਆ। ਪਰ ਹੁਣ ਗਗਨ, ਕਿਉਂਕਿ ਚੋਣਾਂ ਨੂੰ ਸਮਾਂ ਬਹੁਤ ਘੱਟ ਰਹਿ ਗਿਆ, 5-6 ਮਹੀਨੇ ਰਹਿ ਗਏ ਹੁਣ ਚੋਣਾਂ ਨੂੰ, ਤੇ ਜਦੋਂ ਚੋਣਾਂ ਨੂੰ 5-6 ਮਹੀਨੇ ਰਹਿ ਜਾਂਦੇ ਨੇ ਤਾਂ ਉਸ ਵਕਤ ਵਿਧਾਇਕਾਂ ਨੂੰ ਸਾਂਭ ਕੇ ਰੱਖਣਾ ਸਭ ਤੋਂ ਜ਼ਿਆਦਾ ਔਖਾ ਹੁੰਦਾ, ਕਿਉਂਕਿ ਜਿਹੜਾ ਵੀ ਵਿਧਾਇਕ ਹੈ ਨਾ, ਉਹਦੇ ਮਨ 'ਚ ਇਹ ਹੁੰਦਾ ਵੀ ਜੇ ਮੈਂ ਹੁਣ ਕੁਝ ਨਾ ਕਰਾ ਸਕਿਆ ਆਪਣੇ ਹਲਕੇ ਲਈ, ਤਾਂ ਮੈਨੂੰ ਲੋਕਾਂ ਨੇ ਵੋਟ ਨਹੀਂ ਪਾਉਣੀ। ਹੁਣ ਕਾਂਗਰਸ ਦੇ ਬਹੁਤੇ ਵਿਧਾਇਕਾਂ ਦੇ ਮਨ 'ਚ ਡਰ ਕੀ ਹੈ? ਪਹਿਲਾ ਤਾਂ ਡਰ ਇਹ ਹੈ ਕਿ ਪੰਜਾਬ 'ਚ ਵਿਕਾਸ ਨਹੀਂ ਹੋਇਆ। ਮੈਨੂੰ ਕੋਈ ਵੀ ਵਿਧਾਇਕ ਇਹੋ ਜਿਹਾ ਦੱਸ ਦਿਓ ਪੰਜਾਬ ਦਾ, ਜਿਹੜਾ ਵਿਧਾਇਕ ਕਵੇ ਕਿ ਮੈਂ ਆਪਣੇ ਹਲਕੇ ਨੂੰ, ਵਿਧਾਨ ਸਭਾ ਨੂੰ ਮਾਡਲ ਬਣਾਤਾ, ਜਾਂ ਮੈਂ ਆਪਣੇ ਵਿਧਾਨ ਸਭਾ ਹਲਕੇ 'ਚ ਉਹ ਕੰਮ ਕਰਾਤਾ ਜਿਹਦੇ ਨਾਲ ਮੇਰੇ ਹਲਕੇ ਦੇ ਸਾਰੇ ਲੋਕ ਖੁਸ਼ ਨੇ। ਕਿਸੇ ਵਿਧਾਇਕ ਨੇ ਵੀ ਡਿਵੈਲਪਮੈਂਟ ਦੇ ਮਾਮਲੇ ਦੇ ਵਿੱਚ ਕੋਈ ਅਜਿਹਾ ਕੰਮ ਨਹੀਂ ਕੀਤਾ ਕਿ ਉਹ ਬਹੁਤ ਪ੍ਰਸਿੱਧੀ ਖੱਟ ਗਿਆ ਹੋਵੇ। ਹਾਂ, ਸਧਾਰਨ ਕੰਮ ਨੇ ਜਿਹੜੇ ਵਿਧਾਇਕਾਂ ਨੇ ਉਹ ਜ਼ਰੂਰ ਕਰਾਏ ਨੇ, ਉਹ ਤਾਂ ਰੂਟੀਨ ਦੇ ਕੰਮ ਨੇ, ਹੁੰਦੇ ਵੀ ਰਹਿੰਦੇ ਨੇ। ਔਰ ਮੈਂ ਕੰਪੈਰੀਜ਼ਨ ਕਰ ਦਿੰਦਾ, ਅਕਾਲੀ ਦਲ ਦੇ ਮੁਕਾਬਲੇ ਨਾ ਪੁਲ ਬਣੇ ਪੰਜਾਬ 'ਚ, ਅਕਾਲੀ ਦਲ ਦੇ ਮੁਕਾਬਲੇ ਨਾ ਖੇਡ ਸਟੇਡੀਅਮ ਬਣੇ, ਅਕਾਲੀ ਦਲ ਦੇ ਮੁਕਾਬਲੇ ਨਾ ਜਿਮ ਬਣੇ, ਅਕਾਲੀ ਦਲ ਦੇ ਮੁਕਾਬਲੇ ਨਾ ਸੜਕਾਂ ਬਣੀਆਂ, ਨਾ ਸੜਕਾਂ ਰਿਪੇਅਰ ਹੋਈਆਂ। ਆ ਹੁਣ ਟਾਵੀਆਂ ਸੜਕਾਂ ਰਿਪੇਅਰ ਕਰਕੇ ਮੈਂ ਦੇਖਦਾ ਕਈ ਜਿਹੜੇ ਕਾਂਗਰਸ ਦੇ ਵਿਧਾਇਕ ਨੇ, ਉਹਨਾਂ ਦੇ ਜਿਹੜੇ ਚਹੇਤੇ ਨੇ, ਉਹ ਤਸਵੀਰਾਂ ਪਾ ਦਿੰਦੇ ਨੇ ਸੋਸ਼ਲ ਮੀਡੀਆ ਤੇ। ਸੋ ਟਾਵੀਆਂ ਸੜਕਾਂ ਰਿਪੇਅਰ ਕਰਨ ਦੇ ਨਾਲ ਕੁਝ ਨਹੀਂ ਹੋਣਾ। ਅਕਾਲੀ ਦਲ ਦੇ ਮੁਕਾਬਲੇ ਅਗਰ ਕੋਈ ਏਜੰਸੀ ਸਾਡੀ ਪੰਜਾਬ ਦੀ ਜਾਂਚ ਹੀ ਕਰ ਲੇ ਨਾ, ਵੀ ਪਿਛਲੇ 5 ਸਾਲ ਔਰ ਉਸ ਤੋਂ ਪਹਿਲਾਂ ਦੇ 5 ਸਾਲ 'ਚ ਡਿਵੈਲਪਮੈਂਟ ਦੀ ਪੰਜਾਬ 'ਚ ਸਥਿਤੀ ਕੀ ਸੀ, ਤੇ ਕੋਈ ਦੋ ਰਾਏ ਨਹੀਂ ਹੈ ਸੁਖਬੀਰ ਸਿੰਘ ਬਾਦਲ ਨੇ ਜ਼ਿਆਦਾ ਵਿਕਾਸ ਪੰਜਾਬ ਦਾ ਕਰਾਇਆ। ਉਹ ਗੱਲ ਵੱਖਰੀ ਹੈ ਕਿ ਕਿਹਦੇ ਰਾਜ ਦੇ ਵਿੱਚ ਘਟਨਾਵਾਂ ਜ਼ਿਆਦਾ ਵਾਪਰੀਆਂ, ਕਿਹਦੇ ਰਾਜ 'ਚ ਨਸ਼ਾ ਜ਼ਿਆਦਾ ਹੋਇਆ, ਉਹ ਗੱਲ ਵੱਖਰੀ ਹੈ। ਮੈਂ ਵਿਕਾਸ ਦੀ ਗੱਲ ਕਰਦਾ, ਕਿਉਂਕਿ ਆਮ ਲੋਕਾਂ ਨੂੰ ਵਿਕਾਸ ਇੱਕ ਬਹੁਤ ਵੱਡਾ ਮੁੱਦਾ ਹੈ ਕਿਸੇ ਵੀ ਹਲਕੇ ਦਾ। ਠੀਕ ਹੈ, ਲਾਅ ਐਂਡ ਆਰਡਰ, ਨਸ਼ਾ, ਗੈਂਗਸਟਰਵਾਦ, ਇਹ ਵੀ ਮੁੱਦੇ ਨੇ, ਪਰ ਵਿਕਾਸ ਪਹਿਲ ਹੈ। ਜਿਵੇਂ ਰੋਟੀ, ਕੱਪੜਾ ਤੇ ਮਕਾਨ, ਜਿਹੜਾ ਵਿਕਾਸ ਹੈ ਉਹ ਬੁਨਿਆਦੀ ਸਾਡੀਆਂ ਜ਼ਰੂਰਤਾਂ ਦੇ ਨਾਲ ਜੁੜਿਆ ਹੋਇਆ ਹੈ। ਨਹੀਂ
ਸ਼ਲਾਘਾਯੋਗ ਕੰਮ ਹੋਇਆ ਅਕਾਲੀ ਦਲ ਦੇ ਮੁਕਾਬਲੇ। ਸੋ ਵਿਧਾਇਕਾਂ ਨੂੰ ਇਹ ਚਿੰਤਾ ਹੈ ਕਿ ਅਸੀਂ ਕੀ ਕਵਾਂਗੇ, ਜਦੋਂ ਲੋਕਾਂ 'ਚ ਅਸੀਂ ਜਾਵਾਂਗੇ ਤੇ ਅਸੀਂ ਕੀ ਕਵਾਂਗੇ। ਸੋ ਇਸ ਕਰਕੇ ਜਦੋਂ ਵੀ ਕੋਈ ਕੇਂਦਰੀ ਲੀਡਰ ਦੀ ਅਗਵਾਈ 'ਚ ਮੀਟਿੰਗ ਹੁੰਦੀ ਹੈ ਇਕੱਲੇ ਵਿਧਾਇਕ ਦੀ, ਤੇ ਗਗਨ ਸਾਰਿਆਂ ਨੇ ਆਪਣਾ ਗਿਲਾ ਦੇਣਾ ਕਿ ਡਿਵੈਲਪਮੈਂਟ ਨਹੀਂ ਹੋਈ, ਸਾਨੂੰ ਡਿਵੈਲਪਮੈਂਟ ਦੇ ਪੈਸੇ ਨਹੀਂ ਮਿਲੇ, ਅਸੀਂ ਕਿਹੜਾ ਮੂੰਹ ਲੈ ਕੇ ਲੋਕਾਂ 'ਚ ਜਾਵਾਂਗੇ, ਬੇਅਦਬੀ ਦਾ ਇਨਸਾਫ ਨਹੀਂ ਅਸੀਂ ਦਵਾ ਸਕੇ, ਅਸੀਂ ਮਾਫੀਆ ਨਹੀਂ ਰੋਕ ਸਕੇ, ਮਾਈਨਿੰਗ ਨਹੀਂ ਰੋਕ ਸਕੇ, ਅਸੀਂ ਰੇਤ ਸ਼ਰਾਬ ਦਾ ਮਾਫੀਆ ਨਹੀਂ ਰੋਕ ਸਕੇ, ਕਿਉਂਕਿ ਇਹ ਸਾਰੇ ਦਾਅਵੇ ਕੀਤੇ ਗਏ ਸੀ ਕਿ ਅਸੀਂ ਸਾਰਾ ਕੁਝ ਰੋਕਾਂਗੇ, ਅਸੀਂ ਮਾਫੀਆ ਨਹੀਂ ਬਣਨ ਦੇਵਾਂਗੇ, ਅਸੀਂ ਸਮਗਲਿੰਗ ਨਹੀਂ ਹੋਣ ਦੇਵਾਂਗੇ। ਹਾਂ ਠੀਕ ਹੈ, ਨਸ਼ਾ ਕੁਝ ਹੱਦ ਤੱਕ ਰੋਕਿਆ, ਗੈਂਗਸਟਰਵਾਦ ਕੁਝ ਹੱਦ ਤੱਕ ਰੋਕਿਆ। ਇਹ 2-3 ਚੀਜ਼ਾਂ ਦੇ ਵਿੱਚ ਕਾਮਯਾਬੀ ਰਹੀ ਹੈ ਕਿ ਸਮਾਜਿਕ ਮਾਹੌਲ ਪੰਜਾਬ ਦਾ ਚੰਗਾ ਬਣਿਆ ਰਿਹਾ। ਕੋਵਿਡ 'ਚ ਵੀ ਕਾਫੀ ਹੱਦ ਤੱਕ ਸਥਿਤੀ ਹੈ ਜਿਹੜੀ ਪੰਜਾਬ ਦੀ ਸਰਕਾਰ ਨੇ ਉਹ ਆਪਣੇ ਵੱਲੋਂ ਨਜਿੱਠਣ ਦੀ ਕੋਸ਼ਿਸ਼ ਕੀਤੀ ਹੈ, ਪਰ ਜਿਹੜਾ ਲੋਕਡਾਊਨ ਲਾਉਣ ਦਾ ਹਟਾਉਣ ਦਾ ਤਰੀਕਾ ਸੀ ਉਹ ਜ਼ਿਆਦਾ ਚੰਗਾ ਨਹੀਂ ਸੀ, ਇਹਦਾ ਨੁਕਸਾਨ ਹੋਇਆ। ਤੇ ਡੱਲਾ ਸਾਹਿਬ, ਉਧਰ ਦੂਜੇ ਪਾਸੇ ਜਿਸ ਤਰ੍ਹਾਂ ਹੁਣ ਕਾਂਗਰਸ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਬੀਤੀ ਦਿਨਾਂ ਇਹ ਗੱਲ ਆਖੀ ਕਿ ਪ੍ਰਸ਼ਾਂਤ ਕਿਸ਼ੋਰ ਦੀ ਨਿਯੁਕਤੀ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੀ ਕੜੱਤਣ ਹਾਈ ਕਮਾਨ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਵੀ ਪੈਦਾ ਹੋ ਸਕਦੀ ਹੈ, ਪਰ ਹੁਣ ਪ੍ਰਸ਼ਾਂਤ ਕਿਸ਼ੋਰ ਦੇ ਵੱਲੋਂ ਵੀ ਖਬਰਾਂ ਨੇ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਕੰਮਕਾਰ ਸੰਭਾਲਣ ਤੋਂ ਇਨਕਾਰ ਕਰ ਦਿੱਤਾ। ਇਹਨੂੰ ਕਿੱਦਾਂ ਵੇਖ ਰਹੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਲਈ ਝਟਕਾ ਜਾਂ ਪੰਜਾਬ ਕਾਂਗਰਸ ਦੇ ਲਈ ਝਟਕਾ ਮੰਨਿਆ ਜਾਵੇ? ਦੇਖੋ, ਇਹ ਖਬਰਾਂ ਹਜੇ ਪੱਕੀਆਂ ਤਾਂ ਨਹੀਂ, ਇਹ ਚਰਚਾਵਾਂ ਨੇ ਇਸ ਤਰੀਕੇ ਦੀਆਂ ਕਿ ਪ੍ਰਸ਼ਾਂਤ ਕਿਸ਼ੋਰ ਆਪਣੀ ਜ਼ਿੰਮੇਵਾਰੀ ਛੱਡ ਸਕਦੇ ਨੇ। ਹੁਣ ਇਹਦੇ ਪਿੱਛੇ ਕੀ ਸਵਾਲ ਹੈ? ਅਗਰ ਪ੍ਰਸ਼ਾਂਤ ਕਿਸ਼ੋਰ ਵੀ ਕੈਪਟਨ ਅਮਰਿੰਦਰ ਦਾ ਸਾਥ ਛੱਡ ਦਿੰਦੇ ਨੇ ਗਗਨ, ਇਹ ਤਾਂ ਫਿਰ ਬਹੁਤ ਵੱਡਾ ਝਟਕਾ ਹੋਊਗਾ ਕੈਪਟਨ ਅਮਰਿੰਦਰ ਲਈ। ਸੋ ਪਰ ਇਹ ਗੱਲ ਜ਼ਰੂਰ ਸਾਫ਼ ਹੈ ਕਿ ਇਸ ਵਾਰ ਪ੍ਰਸ਼ਾਂਤ ਕਿਸ਼ੋਰ ਦੀ ਉਹ ਪਹਿਲਾਂ ਵਾਲੀ ਸਥਿਤੀ ਨਹੀਂ ਰਹਿਣੀ। ਪਿਛਲੀ ਵਾਰੀ ਜਿਹੋ ਜਿਹੇ ਵਾਅਦੇ ਪ੍ਰਸ਼ਾਂਤ ਕਿਸ਼ੋਰ ਨੇ ਸੁਝਾਏ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਕਿਹਾ ਜਾਂਦਾ ਕਿ ਇਹ ਸਾਰਾ ਕੁਝ ਪ੍ਰਸ਼ਾਂਤ ਕਿਸ਼ੋਰ ਨੇ ਬਣਾਇਆ ਸੀ, ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨ ਨਾਲ ਥਾਣੇ ਚਲਿਆ ਗਿਆ, ਕਿ ਕੈਪਟਨ ਅਮਰਿੰਦਰ ਸਿੰਘ ਕੌਫੀ ਪੀ ਰਹੇ ਨੇ, ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਤੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਘਰ ਘਰ ਨੌਕਰੀ, ਸਾਰਿਆਂ ਦੀ ਕਰਜ਼ੇ ਮਾਫ ਤੇ ਫਾਰਮ ਵੀ ਭਰ ਦਿਓ, ਤੇ ਨੌਜਵਾਨਾਂ ਨੂੰ ਮੋਬਾਈਲ ਭਰੋ ਫਾਰਮ। ਆ ਜਿਹੜੇ ਕਾਗਜ਼ ਭਰਾਉਣ ਵਾਲਾ ਕੰਮ ਸੀ ਨਾ, ਕਿਤੇ ਇਹ ਵੀ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ਸੀ। ਤੇ ਹੁਣ ਜਦੋਂ ਕਾਂਗਰਸੀਆਂ ਨੇ ਜੇ ਦੁਬਾਰਾ ਕਾਗਜ਼ ਭਰਾਉਣ ਚਲੇ ਗਏ ਨਾ ਕਾਂਗਰਸੀ ਪਿੰਡਾਂ 'ਚ, ਲੋਕਾਂ ਨੇ ਪੁਰਾਣੇ ਕਾਗਜ਼ ਕੱਢ ਲੈਣੇ, ਲੋਕਾਂ ਨੇ ਪੁਰਾਣੇ ਕਾਗਜ਼ ਕੱਢ ਕੇ ਪਹਿਲਾਂ ਉਹਦਾ ਹਿਸਾਬ ਮੰਗਣਾ। ਇਸ ਗੱਲ ਦਾ ਡਰ ਹੈ ਪ੍ਰਸ਼ਾਂਤ ਕਿਸ਼ੋਰ ਨੂੰ ਵੀ। ਔਰ ਦੂਜੀ ਗੱਲ ਜੋ ਮੇਰੀ ਸਮਝ 'ਚ ਹੈ, ਪ੍ਰਸ਼ਾਂਤ ਕਿਸ਼ੋਰ ਇਸ ਗੱਲ ਨੂੰ ਸਮਝਦਾ ਹੈ ਕਿ ਜੇ ਕੈਪਟਨ ਅਮਰਿੰਦਰ ਦੇ ਨਾਲ ਸਿੱਧੂ ਹੈ ਤਾਂ ਕੈਪਟਨ ਦੀ ਸਰਕਾਰ ਹੈ ਜਾਂ ਕਾਂਗਰਸ ਦੀ ਸਰਕਾਰ ਹੈ। ਮੇਰਾ ਇਹ ਮੰਨਣਾ ਹੈ ਕਿ ਇਹ ਪ੍ਰਸ਼ਾਂਤ ਕਿਸ਼ੋਰ ਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਜਿਸ ਪਾਸੇ ਪੰਜਾਬ 'ਚ ਸਿੱਧੂ ਹੈ ਉਸ ਪਾਸੇ ਪੰਜਾਬ 'ਚ ਸਰਕਾਰ ਹੈ। ਸੋ ਇਸ ਕਰਕੇ ਪ੍ਰਸ਼ਾਂਤ ਕਿਸ਼ੋਰ ਗਗਨ ਆਪਣਾ ਰਿਕਾਰਡ ਨਹੀਂ ਖਰਾਬ ਕਰਨਾ ਚਾਹੂਗਾ। ਅਗਰ ਪ੍ਰਸ਼ਾਂਤ ਕਿਸ਼ੋਰ ਹਜੇ ਨਹੀਂ ਗਿਆ ਤੇ ਮੈਨੂੰ ਲੱਗਦਾ ਜ਼ਿਆਦਾ ਲੰਮਾ ਸਮਾਂ ਪ੍ਰਸ਼ਾਂਤ ਕਿਸ਼ੋਰ ਨੇ ਵੀ ਇਸ ਅਹੁਦੇ ਤੇ ਨਹੀਂ ਰਹਿਣਾ, ਜਿਹਦੀ ਤਨਖਾਹ 1 ਰੁਪਈਆ ਹੋਵੇ ਤੇ ਸਾਲ ਕੁ ਬਾਅਦ ਜਿਹਦੀ ਗਰੰਟੀ ਕੋਈ ਨਹੀਂ ਵੀ ਇਹ ਨੌਕਰੀ ਰਹਿਣੀ ਹੈ ਕਿ ਨਹੀਂ ਰਹਿਣੀ। ਜੀ ਚਲੋ ਤਨਖਾਹ ਭਾਵੇਂ ਉਹਦੀ 1 ਰੁਪਈਏ ਹੈ, ਕਈ ਲੋਕ ਜਿਹੜੇ 1 ਰੁਪਈਏ ਦੀ ਤਨਖਾਹ ਦੇ ਵਿੱਚ ਵੀ ਖੂਬ ਆਨੰਦ ਲੈਂਦੇ ਨੇ ਜ਼ਿੰਦਗੀ ਦਾ। ਕਿਉਂ? ਕਿਉਂਕਿ ਸਰਕਾਰੀ ਕੋਠੀ ਆ, ਖੁੱਲੀਆਂ ਕੋਠੀਆਂ। ਸੋ 1 ਰੁਪਏ ਵਾਲੀ ਨੌਕਰੀ ਜਿਵੇਂ ਪ੍ਰਸ਼ਾਂਤ ਕਿਸ਼ੋਰ, ਹੋਰ ਸਹੂਲਤਾਂ ਬਹੁਤ ਹੈ ਗਗਨ ਇਹਨਾਂ ਨੂੰ, ਦਫ਼ਤਰਾਂ ਦੀਆਂ ਸਹੂਲਤਾਂ ਨੇ, ਕਾਰਾਂ ਨੇ, ਮੁਲਾਜ਼ਮ ਨੇ। ਸੋ ਇਹ ਸਾਨੂੰ ਸਮਝਣਾ ਪੈਣਾ। ਪਰ ਮੈਨੂੰ ਇਹ ਲੱਗਦਾ ਪ੍ਰਸ਼ਾਂਤ ਕਿਸ਼ੋਰ ਇਹ ਮਹਿਸੂਸ ਕਰਦੇ ਹੋਣਗੇ ਵੀ ਇਸ ਵਾਰ ਜੇ ਸਿੱਧੂ ਨਾਲ ਨਹੀਂ ਆਉਂਦਾ ਤੇ ਮੇਰੇ ਤੋਂ ਜਿਤਾ ਨਹੀਂ ਹੋਣੀ ਕਾਂਗਰਸ ਸਿੱਧੂ ਬਿਨਾਂ। ਔਰ ਲੋਕਾਂ ਦੀ ਆਵਾਜ਼ ਆ, ਜਿਹੜੇ ਦੇਖੋ ਸਰਵੇਖਣ ਵੀ ਪ੍ਰਸ਼ਾਂਤ ਕਿਸ਼ੋਰ ਨੇ ਕਹਿੰਦੇ ਕਈ ਤਰ੍ਹਾਂ ਦੇ ਕਰਾ ਲਏ। ਉਹਨੇ ਪਤਾ ਨਹੀਂ ਕਿੰਨੀ ਕੁ ਗੱਲ ਸੱਚ ਹੈ ਕਿੰਨੀ ਕੁ ਨਹੀਂ। ਕਹਿੰਦੇ ਪ੍ਰਸ਼ਾਂਤ ਕਿਸ਼ੋਰ ਦੇ ਸਰਵੇਖਣਾਂ ਦੇ ਵਿੱਚ ਵੀ ਸਥਿਤੀਆਂ ਨੇ ਜਿਹੜੀਆਂ ਉਹ ਬਹੁਤੀਆਂ ਚੰਗੀਆਂ ਨਹੀਂ ਆਈਆਂ ਕਾਂਗਰਸ ਦੀਆਂ, ਜਿਹੜੇ ਸ਼ੁਰੂਆਤੀ ਜ਼ੁਬਾਨੀ ਸਰਵੇਖਣ ਕਰਾਉਂਦੇ ਨੇ। MLA ਨਾਲ ਵੀ ਉਹਨੇ ਮੁਲਾਕਾਤ ਕੀਤੀ ਹੈ, ਉੱਥੋਂ ਵੀ ਕਈ ਤਰ੍ਹਾਂ ਦੇ ਅੰਦਾਜ਼ੇ ਪ੍ਰਸ਼ਾਂਤ ਕਿਸ਼ੋਰ ਨੇ ਲਾਏ ਹੋਣਗੇ। ਸੋ ਇਸ ਕਰਕੇ ਗਗਨ ਜੇ ਪ੍ਰਸ਼ਾਂਤ ਕਿਸ਼ੋਰ ਚਲੇ ਜਾਣ ਛੱਡ ਕੇ ਕੈਪਟਨ ਅਮਰਿੰਦਰ ਦੀ 1 ਰੁਪਏ ਤਨਖਾਹ ਵਾਲੀ ਸਲਾਹਕਾਰੀ, ਇਹ ਕੋਈ ਵੱਡੀ ਗੱਲ ਨਹੀਂ ਹੋਣੀ। ਕਹਿੰਦੇ ਕਈ ਵਾਰੀ ਕੰਧ ਤੇ ਲਿਖਿਆ ਦਿਸਣ ਲੱਗ ਜਾਂਦਾ, ਕੰਧ ਤੇ ਲਿਖਿਆ ਨਾ ਦਿਸਣ ਲੱਗ ਜਾਂਦਾ। ਐਡੇ ਸਿਆਣੇ ਨੇ ਪ੍ਰਸ਼ਾਂਤ ਕਿਸ਼ੋਰ, ਉਹਨਾਂ ਨੂੰ ਦਿਖ ਗਿਆ ਸੀ ਵੀ ਮਮਤਾ ਬਨਰਜੀ ਜੱਜੂ, ਕੀ ਪਤਾ ਪੰਜਾਬ ਵੀ ਦਿਖ ਗਿਆ ਹੋਵੇ ਵੀ ਪੰਜਾਬ 'ਚ ਕੀ ਹੋਣਾ। ਇਸ ਕਰਕੇ ਅਗਲਾ ਕਹਿੰਦਾ ਵੀ ਮੈਂ ਬਦਨਾਮੀ ਕਿਉਂ ਲੈਣੀ। ਬਿਲਕੁਲ। ਤੇ ਡੱਲਾ ਸਾਹਿਬ, ਇਸ ਦੇ ਨਾਲ ਹੀ ਜਿਸ ਤਰ੍ਹਾਂ ਹੁਣ ਵੱਖ-ਵੱਖਰੀਆਂ ਮੀਟਿੰਗਾਂ ਹੋ ਰਹੀਆਂ ਨੇ, ਬੀਤੇ ਦਿਨੀ ਸੁਨੀਲ ਜਾਖੜ ਹੋਣਾ ਦਾ ਵੀ ਇੱਕ ਨਿੱਜੀ ਚੈਨਲ ਦੇ ਉੱਤੇ ਬਿਆਨ ਸੀ ਕਿ ਬਹੁਤ ਜਲਦ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਹੋ ਜਾਏਗਾ, ਸਾਰੇ ਅਸੀਂ ਇੱਕ ਤਰ੍ਹਾਂ ਦੇ ਮਿਲ ਜੁਲ ਕੇ ਫਿਰ ਕੰਮ ਕਰਾਂਗੇ। ਪਰ ਇੱਕ ਗੱਲ ਉਹਨਾਂ ਨੇ ਵੀ ਉਹੀ ਦੁਹਰਾਈ ਕਿ ਸਾਰੀਆਂ ਗੱਲਾਂ ਜਦੋਂ ਕਿਤੇ ਮੈਨੂੰ ਵੀ ਨਾਰਾਜ਼ਗੀ ਹੁੰਦੀ ਹੈ ਤਾਂ ਮੈਂ ਅੰਦਰ ਬੈਠ ਕੇ ਉਸ ਚੀਜ਼ ਦੀ ਗੱਲ ਕਰਦਾ, ਤੇ ਉਹ ਜ਼ਰੂਰੀ ਹੈ ਕਿ ਅੰਦਰ ਬੈਠ ਕੇ ਗੱਲ ਕੀਤੀ ਜਾਵੇ। ਇਹ ਇਸ਼ਾਰੇ ਨੂੰ ਕਿੱਧਰ ਨੂੰ ਵੇਖ ਰਹੇ ਹੋ ਤੁਸੀਂ? ਦੇਖੋ, ਸੁਨੀਲ ਜਾਖੜ ਦੀ ਗੱਲ ਕੀਤੀ ਤੁਸੀਂ ਜੀ। ਦੇਖੋ, ਗੱਲ ਬੜੀ ਸਾਫ਼ ਹੈ। ਸੁਨੀਲ ਜਾਖੜ ਉਹਨਾਂ ਨੂੰ ਪਤਾ ਹੈ ਵੀ ਪੰਜਾਬ ਦੀ ਕਾਂਗਰਸ 'ਚ ਸੰਗਠਨ ਤਾਂ ਹੈ ਨਹੀਂ, ਮੈਂ ਹੀ ਪ੍ਰਧਾਨ ਹਾਂ, ਤੇ ਸੁਨੀਲ ਜਾਖੜ ਇਸ ਵਕਤ ਪਾਰਟੀ ਨਹੀਂ ਬਣਨਾ ਚਾਹੁੰਦੇ। ਕਿਉਂਕਿ ਅਗਰ ਉਹ ਕਿਸੇ ਵੀ ਮੀਟਿੰਗ 'ਚ ਜਾਂਦੇ ਆ
ਤੇ ਕੈਪਟਨ ਅਮਰਿੰਦਰ ਨੂੰ ਐਂ ਲੱਗੂਗਾ ਵੀ ਅੱਛਾ ਸੁਨੀਲ ਜਾਖੜ ਵੀ ਉੱਧਰ ਚਲਾ ਗਿਆ, ਕਿਉਂਕਿ ਜੇ ਸੁਨੀਲ ਜਾਖੜ ਪੰਜਾਬ 'ਚ ਪ੍ਰਧਾਨ ਬਰਕਰਾਰ ਰਹਿਣਗੇ ਤਾਂ ਕੈਪਟਨ ਅਮਰਿੰਦਰ ਦਾ ਬਹੁਤ ਵੱਡਾ ਹੱਥ ਹੋਊਗਾ, ਕਿਉਂਕਿ ਕੈਪਟਨ ਅਮਰਿੰਦਰ ਪਹਿਲਾਂ ਹੀ ਕਹਿ ਚੁੱਕੇ ਨੇ। ਦੇਖੋ ਜਾਖੜ ਨੇ ਵੀ ਤਾਂ ਉਦੋਂ ਅਸਤੀਫਾ ਦਿੱਤਾ ਸੀ ਮੀਟਿੰਗ 'ਚ, ਕਹਿੰਦੇ ਜਾਖੜ ਨੂੰ ਗੁੱਸਾ ਲੱਗਿਆ ਵੀ ਮੈਂ ਲੋਕਾਂ ਦੇ ਜਵਾਬ ਕਿੱਥੋਂ ਦਊਂਗਾ। ਅੱਗੇ ਜਾਖੜ ਸਾਹਿਬ ਪਹਿਲਾਂ ਹਾਰ ਗਏ ਹਰੀਸ਼ ਉਹਨਾਂ ਤੋਂ, ਅਰੁਣ ਨਾਰੰਗ ਤੋਂ। ਸੋ ਜਾਖੜ ਸਾਹਿਬ ਕਹਿੰਦੇ ਹੋਣੇ ਵੀ ਮੈਂ ਆਪਣਾ ਅਸਤੀਫਾ ਦੇ ਕੇ ਮੈਂ ਆਪਣੇ ਹਲਕੇ 'ਚ ਕੰਮ ਕਰਾਂ। ਕਾਂਗਰਸ ਦੀਆਂ ਸਥਿਤੀਆਂ ਤਾਂ ਨਾਜ਼ੁਕ ਨੇ, ਜਾਖੜ ਸਾਹਿਬ ਨੂੰ ਪਤਾ ਹੈ ਕਿ ਲੋਕ ਸਵਾਲ ਪੁੱਛਦੇ ਨੇ ਇਨਸਾਫ ਕਿਉਂ ਨਹੀਂ ਦਿੱਤਾ। ਕਾਂਗਰਸ ਦੀ ਸਥਿਤੀ ਇਨਸਾਫ ਦੇ ਸਵਾਲ ਨਾਲ ਜੁੜੀ ਹੋਈ ਹੈ, ਇਹ ਜਾਖੜ ਸਾਹਿਬ ਨੂੰ ਵੀ ਪਤਾ ਹੈ। ਤਾਂ ਹੀ ਉਹਨਾਂ ਨੇ ਅਸਤੀਫਾ ਅੰਦਰ ਦਿੱਤਾ ਸੀ ਨਾ। ਜੇ ਨਹੀਂ ਦਿੱਤਾ ਸੀ ਜਾਖੜ ਸਾਹਿਬ ਹਜੇ ਵੀ ਸਾਫ਼ ਕਰ ਦੇਣ, ਅਸੀਂ ਮਾਫੀ ਮੰਗ ਲਾਂਗੇ। ਸੋ ਜੇ ਜਾਖੜ ਸਾਹਿਬ ਨੇ ਅਸਤੀਫਾ ਦਿੱਤਾ ਤੇ ਪਹਿਲਾਂ ਜਾਖੜ ਸਾਹਿਬ ਨੇ ਇਹ ਵੀ ਕਹਿਤਾ ਸੀ ਵੀ ਅਸੀਂ ਕੈਪਟਨ ਅਮਰਿੰਦਰ ਉਹਨਾਂ ਦੀ ਅਗਵਾਈ 'ਚ ਅੱਗੇ ਵਧਾਂਗੇ, ਉਦੋਂ ਵੀ ਜਾਖੜ ਸਾਹਿਬ ਨੂੰ ਬਾਅਦ 'ਚ ਕਹਿਣਾ ਪਿਆ ਵੀ ਉਹ ਮੇਰੀ ਨਿੱਜੀ ਰਾਏ ਹੈ। ਮਤਲਬ ਜਾਖੜ ਸਾਹਿਬ ਇਸ ਵਕਤ ਕਾਂਗਰਸ ਦਾ ਢਾਂਚਾ ਭੰਗ ਗਿਆ ਗਗਨ। ਅਗਰ ਜਾਖੜ ਸਾਹਿਬ ਕਿਸੇ ਮੀਟਿੰਗ 'ਚ ਜਾਂਦੇ ਨੇ ਤੇ ਜਾਖੜ ਸਾਹਿਬ ਵੀ ਫਿਰ ਉਸ ਧੜੇਬੰਦੀ 'ਚ ਨਜ਼ਰ ਆਉਣਗੇ। ਇਸ ਕਰਕੇ ਜਾਖੜ ਸਾਹਿਬ ਹੈਗੇ ਤਾਂ ਕੈਪਟਨ ਅਮਰਿੰਦਰ ਧੜੇ ਦੇ ਹੀ ਨੇ, ਸ਼ਾਇਦ ਇਸੇ ਕਰਕੇ ਮੀਟਿੰਗਾਂ 'ਚ ਨਹੀਂ ਜਾਂਦੇ। ਜੇ ਸਿੱਧੂ ਨਾਲ ਜਾਂ ਕਿਸੇ ਹੋਰ ਗਰੁੱਪ 'ਚ ਹੁੰਦੇ ਜਾਖੜ ਸਾਹਿਬ, ਹਾਲਾਂਕਿ ਕੋਈ ਮੰਨਦਾ ਨਹੀਂ ਲੀਡਰ ਵੀ ਸਾਡਾ ਗਰੁੱਪ ਹੈ, ਸਿੱਧੂ ਸਾਹਿਬ ਵੀ ਨਹੀਂ ਮੰਨਦੇ ਵੀ ਮੇਰੇ ਕੋਈ ਗਰੁੱਪ ਹੈ। ਸਿੱਧੂ ਸਾਹਿਬ ਤਾਂ ਕਹਿੰਦੇ ਵੀ ਸਾਰੇ ਸੱਚ ਦੀ ਆਵਾਜ਼ ਵਾਲੇ ਮੇਰੇ ਨਾਲ ਖੜ ਜਾਓ, ਮੈਂ ਸੱਚ ਦੀ ਆਵਾਜ਼ ਵਾਲਿਆਂ ਨਾਲ ਖੜਾ। ਉਹਨਾਂ ਦਾ ਤਾਂ ਸਟਾਈਲ ਰਾਜਨੀਤੀ ਕਰਨ ਦਾ ਵੱਖਰਾ ਹੈ ਨਾ, ਧਰਾਤਲ ਵਾਲਾ ਸਟਾਈਲ ਹੈ ਕਿ ਸੱਚ ਨਾਲ ਜਿਹਨੇ ਖੜਨਾ ਆ ਜਾਓ, ਆ ਖੜਾ ਸੱਚ। ਸੋ ਇਸ ਕਰਕੇ ਸੁਨੀਲ ਜਾਖੜ ਕਿਸੇ ਪਾਰਟੀਬਾਜ਼ੀ 'ਚ ਇਸ ਵਕਤ ਸਾਨੂੰ ਨਜ਼ਰ ਤਾਂ ਨਹੀਂ ਆ ਰਹੇ, ਪਰ ਮੈਨੂੰ ਇਹ ਨਜ਼ਰ ਆ ਰਿਹਾ ਗਗਨ ਕਿ ਬਹੁਤ ਜਲਦ ਕਾਂਗਰਸ ਦੇ ਵਿੱਚ ਢਾਂਚਾਗਤ ਬਦਲਾਅ ਬਹੁਤ ਵੱਡਾ ਪੰਜਾਬ 'ਚ ਹੋ ਸਕਦਾ ਹੈ। ਔਰ ਹੁਣ ਕਾਂਗਰਸ ਅਗਰ ਹੁਣ ਪੰਜਾਬ 'ਚ ਢਾਂਚਾਗਤ ਬਦਲਾਅ ਨੂੰ ਟਾਲੇਗੀ ਤੇ ਕਾਂਗਰਸ ਦਾ ਉਹ ਹਾਲ ਹੋ ਸਕਦਾ ਜੋ ਮਮਤਾ ਬਨਰਜੀ ਨੇ ਕੀਤਾ ਪੱਛਮੀ ਬੰਗਾਲ 'ਚ, ਕਿਉਂਕਿ ਬੀਜੇਪੀ ਨੇ ਤਾਂ ਨਹੀਂ ਕੀਤਾ, ਮਮਤਾ ਬਨਰਜੀ ਨੇ ਕੀਤਾ। ਜਾਂ ਜੋ ਹਾਲ ਅਸਾਮ 'ਚ ਬੀਜੇਪੀ ਨੇ ਕੀਤਾ ਕਾਂਗਰਸ ਦਾ, ਭਾਵੇਂ ਸੀਟਾਂ ਕਾਂਗਰਸ ਕੋਲੇ ਚੰਗੀਆਂ ਨੇ ਪਰ ਸਰਕਾਰ ਨਹੀਂ ਬਣਾ ਸਕੀ ਕਾਂਗਰਸ। ਬੀਜੇਪੀ ਦੂਜੀ ਵਾਰ ਸਰਕਾਰ ਬਣਾ ਗਈ ਅਸਾਮ 'ਚ ਔਰ ਬੜੇ ਮੁੱਦੇ ਚੱਕੇ ਕਾਂਗਰਸ ਨੇ, ਨਹੀਂ ਬਣੀ ਸਰਕਾਰ। ਸਟਾਲਿਨ ਦੇ ਨਾਲ ਵੀ ਤਾਂ ਆ ਗਈ ਕਾਂਗਰਸ ਦੀ ਸਰਕਾਰ ਕਿਉਂਕਿ ਅੱਗੇ ਸਟਾਲਿਨ ਸੀਗੇ, ਕੱਲੀ ਕਾਂਗਰਸ ਦੇ ਉੱਥੇ ਵੀ ਐਡੀ ਤਾਕਤ ਨਹੀਂ ਸੀ। ਆ ਕੇਰਲਾ 'ਚ ਦੇਖ ਲਓ ਕਾਂਗਰਸ ਦੀ ਸਥਿਤੀ, ਬਾਕੀ ਸੂਬਿਆਂ 'ਚ ਦੇਖ ਲਓ, ਕੋਈ ਬਹੁਤੀ ਮਜ਼ਬੂਤੀ ਵਾਲੀ ਸਥਿਤੀ ਨਹੀਂ ਕਾਂਗਰਸ ਦੀ ਰਹੀ। ਹੁਣ ਕਾਂਗਰਸ ਕੋਲ ਸੂਬੇ ਰਹਿ ਹੀ ਕਿੰਨੇ ਕੁ ਗਏ, ਛੱਤੀਸਗੜ੍ਹ ਰਹਿ ਗਿਆ ਮੁਕੰਮਲ ਰੂਪ 'ਚ ਤੇ ਰਾਜਸਥਾਨ ਰਹਿ ਗਿਆ ਮੁਕੰਮਲ ਰੂਪ 'ਚ ਤੇ ਪੰਜਾਬ ਹੈ। ਔਰ ਕੱਲੀ ਕਾਂਗਰਸ ਦਾ ਸੂਬਾ ਤਾਂ ਕੋਈ ਮੈਨੂੰ ਯਾਦ ਨਹੀਂ ਗਗਨ, ਤੁਹਾਨੂੰ ਯਾਦ ਹੈ ਮੈਨੂੰ ਦੱਸਿਓ, ਕੱਲ ਦੇ ਪ੍ਰੋਗਰਾਮ 'ਚ ਦੱਸ ਦਿਆਂਗੇ। ਕੋਈ ਕਾਂਗਰਸ ਵਾਲਾ ਸਾਥੀ ਸਾਡਾ ਨਾਰਾਜ਼ ਨਾ ਹੋ ਜੇ। ਬਿਲਕੁਲ। ਤੇ ਡੱਲਾ ਸਾਹਿਬ ਇੱਕ ਅਹਿਮ ਸਵਾਲ ਜੋ ਅੱਜ ਦੇ ਦਿਨ ਨੂੰ ਲੈ ਕੇ ਆ ਕਿ ਅੱਜ ਪੰਜਾਬ ਕੈਬਨਿਟ ਦੀ ਵੀ ਬੈਠਕ ਹੈ, ਉਹ ਇਹ ਦਿਨ ਵੀ ਬੜਾ ਅਹਿਮ ਵੇਖਿਆ ਜਾ ਰਿਹਾ ਕਿ ਇੰਨੇ ਗੁੱਟਬਾਜ਼ੀਆਂ ਦੀ ਮੀਟਿੰਗ ਹੋਣ ਤੋਂ ਬਾਅਦ ਵੱਖੋ ਵੱਖਰੇ ਮੰਤਰੀ ਬੈਠਕ ਕਰ ਰਹੇ ਨੇ, ਦਲਿਤ ਵਿਧਾਇਕਾਂ ਦੀ ਅਲੱਗ ਬੈਠਕ ਹੋਈ ਹੈ, ਨਵਜੋਤ ਸਿੰਘ ਸਿੱਧੂ ਦਾ ਧੜਾ ਅਲੱਗ ਬੈਠਕਾਂ ਕਰ ਰਿਹਾ ਹੈ, ਇੱਕ ਧੜਾ ਹੋਰ ਨਿਕਲ ਰਿਹਾ ਉਹ ਅਲੱਗ ਬੈਠਕਾਂ ਕਰ ਰਿਹਾ। ਅੱਜ ਦੇ ਕੀ ਲੱਗਦਾ ਹੈ ਕੈਬਨਿਟ ਬੈਠਕ ਨੂੰ ਅੱਜ ਕਿੱਦਾਂ ਵੇਖ ਰਹੇ ਹੋ, ਕੀ ਕੁਝ ਅੱਜ ਦੀ ਕੈਬਨਿਟ ਬੈਠਕ ਦੇ ਵਿੱਚ ਹੋ ਸਕਦਾ ਹੈ? ਦੇਖੋ ਪਹਿਲੀ ਤਾਂ ਗੱਲ ਇਹ ਦੇਖਣ ਵਾਲੀ ਹੋਊਗੀ ਕਿ ਅੱਜ ਮੰਤਰੀ ਮੰਡਲ ਦੀ ਬੈਠਕ ਹੁੰਦੀ ਹੈ ਜਾਂ ਇਹਨੂੰ ਫੇਰ ਟਾਲ ਦਿੱਤਾ ਜਾਂਦਾ ਹੈ। ਅਗਰ ਅੱਜ ਮੰਤਰੀ ਮੰਡਲ ਦੀ ਬੈਠਕ ਹੁੰਦੀ ਹੈ ਮੈਨੂੰ ਇਹ ਲੱਗਦਾ ਕਿ ਉਹਨੂੰ ਕੋਵਿਡ ਤੇ ਨਿਸ਼ਚਿਤ ਕਰ ਦੇਣਗੇ ਕੈਪਟਨ ਅਮਰਿੰਦਰ। ਉਹਦੇ 'ਚ ਦੂਸਰੇ ਮੁੱਦੇ ਨੇ ਮੈਨੂੰ ਲੱਗਦਾ ਉਹਦੇ 'ਚ ਨਹੀਂ ਲੈਣਗੇ ਕੈਪਟਨ ਅਮਰਿੰਦਰ। ਫਿਰ ਇਹ ਦੇਖਣਾ ਪਊਗਾ, ਪਿਛਲੀ ਕੈਬਨਿਟ ਮੀਟਿੰਗ 'ਚ ਸੁਖਜਿੰਦਰ ਰੰਧਾਵਾ ਨਹੀਂ ਗਏ ਸੀ, ਕਿ ਇਸ ਬੈਠਕ 'ਚ ਚਰਨਜੀਤ ਚੰਨੀ ਜਾਣਗੇ, ਕਿ ਇਸ ਕੈਬਨਿਟ ਬੈਠਕ 'ਚ ਸੁਖਜਿੰਦਰ ਰੰਧਾਵਾ ਜਾਣਗੇ, ਕਿ ਇਸ ਕੈਬਨਿਟ ਬੈਠਕ ਦੇ ਵਿੱਚ ਦੂਜੇ ਮੰਤਰੀ ਜਾਣਗੇ। ਇਹ ਸਾਰਿਆਂ ਦੀ ਨਜ਼ਰ ਰਹੂਗੀ ਕਿ ਕਿਹੜੇ ਕਿਹੜੇ ਮੰਤਰੀ ਕੈਬਨਿਟ ਦੀ ਬੈਠਕ 'ਚ ਅੱਜ ਜਾਂਦੇ ਨੇ ਤੇ ਕਿਹੜੇ ਨਹੀਂ ਜਾਂਦੇ। ਉਂਝ ਸੁਖਜਿੰਦਰ ਰੰਧਾਵਾ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ ਔਰ ਚਰਨਜੀਤ ਚੰਨੀ ਤੇ ਨਜ਼ਰ ਰਹੂਗੀ ਮੰਤਰੀ ਮੰਡਲ ਦੀ ਬੈਠਕ 'ਚ, ਕਿਉਂਕਿ ਇਹ ਵੀ ਕਾਫੀ ਸਰਗਰਮ ਨੇ। ਹਾਲਾਂਕਿ ਜਿਹੜੇ ਦਲਿਤ ਭਾਈਚਾਰੇ ਦੇ ਸਾਡੇ ਵਿਧਾਇਕਾਂ ਦੀ ਬੈਠਕ ਹੋਈ ਹੈ ਉਹਦੇ ਵਿੱਚ ਗਗਨ ਰਾਜਕੁਮਾਰ ਵੇਰਕਾ ਵੀ ਸੀ, ਔਰ ਰਾਜਕੁਮਾਰ ਵੇਰਕਾ ਨੇ ਸਪਸ਼ਟ ਕੀਤਾ ਕਿ ਸਾਡੇ ਭਾਈਚਾਰੇ ਦੀਆਂ ਕਈ ਬੁਨਿਆਦੀ ਸਮੱਸਿਆਵਾਂ ਨੇ, ਕਈ ਨੀਤੀਗਤ ਸਮੱਸਿਆਵਾਂ ਨੇ, ਅਸੀਂ ਸਰਕਾਰ ਤੋਂ ਉਹਨਾਂ ਸਾਰੀਆਂ ਨੀਤੀਗਤ ਸਮੱਸਿਆਵਾਂ ਦਾ ਹੱਲ ਚਾਹੁੰਦੇ ਹਾਂ, ਅਸੀਂ ਇਸ ਕਰਕੇ ਮੀਟਿੰਗ ਕੀਤੀ ਹੈ। ਇਸ਼ਾਰਾ ਇਹ ਕਹਿਣ ਦਾ ਦਿੱਤਾ ਗਿਆ ਕਿ ਅਸੀਂ ਕੋਈ ਬਗਾਵਤ ਵਾਲੀ ਮੀਟਿੰਗ ਨਹੀਂ ਕਰ ਰਹੇ, ਪਰ ਉਹ ਆਪਣੀਆਂ ਮੰਗਾਂ ਨਾ ਮੰਨੇ ਜਾਣ ਤੋਂ, ਆਪਣੇ ਹੱਕ ਨਾ ਮਿਲਣ ਤੋਂ ਨਾਰਾਜ਼ ਨੇ ਸਰਕਾਰ ਤੋਂ। ਔਰ ਇਹ ਮੀਟਿੰਗ ਕਰਕੇ ਇੱਕ ਤਰੀਕੇ ਨੇ ਨਾਲ ਉਹਨਾਂ ਨੇ ਵੀ ਸਰਕਾਰ ਨੂੰ ਦਿਖਾਤਾ ਵੀ ਅਸੀਂ ਵੀ ਸਾਰੇ ਇਕੱਠੇ ਹਾਂ, ਸਰਕਾਰ ਸਾਡੇ ਬਾਰੇ ਵੀ ਸੋਚੇ, ਸਾਡੀ ਨੁਮਾਇੰਦਗੀ ਬਾਰੇ ਵੀ ਸੋਚੇ। ਔਰ ਕੋਈ ਵੱਡੀ ਗੱਲ ਨਹੀਂ ਕਿ ਜਿਵੇਂ ਮੈਂ ਕੱਲ ਵੀ ਲਗਾਤਾਰ ਕਿਹਾ ਸੀ ਕਿ ਕਾਂਗਰਸ ਹਾਈ ਕਮਾਂਡ ਹੁਣ ਸੋਚ ਰਹੀ ਹੈ ਕਿ ਦਲਿਤ ਮੁੱਖ ਮੰਤਰੀ, ਅਸੀਂ ਦਲਿਤ ਉਪ ਮੁੱਖ ਮੰਤਰੀ ਚੋਣਾਂ ਤੋਂ ਪਹਿਲਾਂ ਹੀ ਤੈਅ ਕਰ ਦਈਏ। ਹੁਣ ਕੈਪਟਨ ਅਮਰਿੰਦਰ ਦੇ ਨਾਲ ਮੈਨੂੰ ਲੱਗਦਾ ਹੈ ਦਲਿਤ ਉਪ ਮੁੱਖ ਮੰਤਰੀ ਲੱਗੇਗਾ ਹੀ ਲੱਗੇਗਾ। ਉਹ ਕੌਣ ਲੱਗੇਗਾ ਦਲਿਤ ਲੀਡਰ,
ਇਹ ਇਹਨਾਂ ਲੀਡਰਾਂ ਨੇ ਆਪਸ 'ਚ ਫੈਸਲਾ ਕਰਨਾ ਹੈ ਜਾਂ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ, ਉਹ ਇਹਨਾਂ ਦਾ ਫੈਸਲਾ ਹੈ। ਪਰ ਦਲਿਤ ਉਪ ਮੁੱਖ ਮੰਤਰੀ ਜ਼ਰੂਰ ਲਾਊਗੀ ਕਾਂਗਰਸ, ਤਾਂ ਕਿ ਬੀਜੇਪੀ ਔਰ ਆਮ ਆਦਮੀ ਪਾਰਟੀ ਔਰ ਭਾਰਤ ਅਕਾਲੀ ਦਲ ਬਾਦਲ, ਇਹ ਸਾਰੇ ਲੋਕ ਕਿਉਂਕਿ ਦਲਿਤ ਭਾਈਚਾਰੇ ਨੂੰ ਚਿਹਰੇ ਦੇ ਤੌਰ ਤੇ ਜਿਹੜਾ ਪ੍ਰੋਜੈਕਟ ਕਰਨਾ ਚਾਹੁੰਦੇ ਨੇ, ਕਾਂਗਰਸ ਇਹ ਕਹੂਗੀ ਕਿ ਅਸੀਂ ਤਾਂ ਪਹਿਲਾਂ ਹੀ ਕਰਤਾ, ਅਸੀਂ ਤਾਂ ਪਹਿਲਾਂ ਹੀ ਉਪ ਮੁੱਖ ਮੰਤਰੀ ਦਲਿਤ ਭਾਈਚਾਰੇ ਚੋਂ ਲਾਤਾ। ਹੁਣ ਇਸ ਕਰਕੇ ਇਹ ਮੈਨੂੰ ਲੱਗਦਾ ਕਾਂਗਰਸ ਇਹ ਸਿਆਸੀ ਪੱਤਾ ਖੇਡੂਗੀ, ਸਿੱਧੂ ਨੂੰ ਪ੍ਰਧਾਨ ਬਣਾਊਗੀ, ਕੈਪਟਨ ਅਮਰਿੰਦਰ ਮੁੱਖ ਮੰਤਰੀ ਰਹਿਣਗੇ। ਅਗਰ ਕਾਂਗਰਸ ਔਰ ਹਾਈ ਕਮਾਂਡ ਔਰ ਕੈਪਟਨ ਅਮਰਿੰਦਰ 'ਚ ਟਕਰਾਅ ਹੋ ਗਿਆ ਤੇ ਹਾਈ ਕਮਾਂਡ ਫੈਸਲਾ ਬਦਲ ਸਕਦੀ ਹੈ, ਸਿੱਧੂ ਮੁੱਖ ਮੰਤਰੀ ਆ ਸਕਦਾ ਹੈ, ਕੈਪਟਨ ਅਮਰਿੰਦਰ ਸਿੰਘ ਕੋਈ ਵੱਡਾ ਫੈਸਲਾ ਕਰ ਸਕਦੇ ਨੇ, ਜਾਂ ਕੋਈ ਸਿੱਧੂ ਵੱਡਾ ਫੈਸਲਾ ਕਰ ਸਕਦਾ ਹੈ, ਕੈਪਟਨ ਅਮਰਿੰਦਰ ਮੁੱਖ ਮੰਤਰੀ ਆ ਸਕਦੇ ਨੇ, ਬਣੇ ਰਹਿ ਸਕਦੇ ਨੇ। ਇਹ ਤਾਂ ਹੁਣ ਭਵਿੱਖ ਦੱਸੂਗਾ। ਪਰ ਇੱਕ ਗੱਲ ਤੈਅ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਸਿੱਧੂ ਤੇ ਕੈਪਟਨ ਅਮਰਿੰਦਰ 'ਚ ਪਹਿਲਾਂ ਸਮਝੌਤਾ ਕਰਾਉਣ ਦੀ ਕੋਸ਼ਿਸ਼ ਫੇਰ ਕਰੂਗੀ। ਹਾਲਾਂਕਿ ਸਮਝੌਤੇ ਦਾ ਪਲਾਨ ਫੇਲ ਹੋ ਗਿਆ, ਹਰੀਸ਼ ਰਾਵਤ ਮੁੜ ਗਏ ਵਾਪਸ ਖਾਲੀ ਹੱਥ। ਅਗਰ ਕਾਂਗਰਸ ਦੀ ਹਾਈ ਕਮਾਂਡ ਦੇ ਸਿੱਧੇ ਦਖਲ ਦੇ ਨਾਲ ਸਰਵੇ ਜਿਹੜੇ ਭੇਜਣਗੇ ਆਪਣੇ ਉਹ ਅਬਜ਼ਰਵਰ, ਅਗਰ ਉਹਨਾਂ ਦੇ ਦਖਲ ਦੇ ਨਾਲ ਵੀ ਮਸਲਾ ਨਹੀਂ ਨਿਬੜਿਆ ਤੇ ਫਿਰ ਕਾਂਗਰਸ 'ਚ ਵੱਡਾ ਬਦਲਾਅ ਜਿਹੜਾ ਮੈਨੂੰ ਕੰਧ ਤੇ ਲਿਖਿਆ ਦਿਖਦਾ, ਉਹ ਕੱਲ ਹੋ ਜੇ, ਉਹ 10 ਦਿਨਾਂ ਨੂੰ ਹੋ ਜੇ, ਉਹ 20 ਦਿਨਾਂ ਨੂੰ ਹੋ ਜੇ, ਉਹ 2 ਮਹੀਨੇ ਨੂੰ ਹੋ ਜੇ, ਕਾਂਗਰਸ 'ਚ ਬਦਲਾਅ ਦਿਖ ਰਿਹਾ ਮੈਨੂੰ। ਤੇ ਡੱਲਾ ਸਾਹਿਬ, ਜੇਕਰ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ ਇਹ ਮੰਤਰੀ ਖਾਸ ਤੌਰ ਦੇ ਉੱਤੇ ਬਹੁਤ ਹਾਈਲਾਈਟ ਬੀਤੇ ਦਿਨਾਂ 'ਚ ਹੋਏ ਨੇ ਵੱਖਰੀਆਂ ਮੀਟਿੰਗਾਂ ਕਰਨ ਲੈ ਕੇ, ਜੇ ਕਿਤੇ ਇਹ ਅੱਜ ਦੀ ਕੈਬਨਿਟ ਬੈਠਕ ਦੇ ਵਿੱਚ ਨਹੀਂ ਪਹੁੰਚਦੇ, ਕੀ ਫਿਰ ਮੰਤਰੀ ਮੰਡਲ ਦੇ ਵਿਸਥਾਰ ਦੇ ਵੱਲ ਵੀ ਪੰਜਾਬ ਦੇ ਮੁੱਖ ਮੰਤਰੀ ਸੋਚ ਸਕਦੇ ਨੇ? ਨਹੀਂ, ਦੇਖੋ ਹਜੇ ਤਾਂ ਕੈਪਟਨ ਅਮਰਿੰਦਰ ਵੱਲੋਂ ਕੋਸ਼ਿਸ਼ ਹੋਊਗੀ। ਅਗਰ ਕੋਈ ਮੰਤਰੀ ਮੰਤਰੀ-ਮੰਡਲ ਦੀ ਬੈਠਕ 'ਚ ਨਹੀਂ ਆਉਂਦਾ, ਉਹਦੇ ਪਿੱਛੇ ਕਾਰਨ ਕੀ ਹੈ? ਦੇਖੋ, ਜ਼ਰੂਰੀ ਨਹੀਂ ਕਿ ਜੇ ਕੋਈ ਮੰਤਰੀ-ਮੰਡਲ ਦੀ ਬੈਠਕ 'ਚ ਨਹੀਂ ਆਉਂਦਾ ਤੇ ਉਹਦੇ ਪਿੱਛੇ ਕਾਰਨ ਇਹੀ ਹੈ ਕਿ ਉਹ ਬਾਗੀ ਹੋ ਜਾਊ, ਕਿਸੇ ਦੀ ਸਿਹਤ ਖਰਾਬ ਹੋਈ ਹੋ ਸਕਦੀ, ਕਿਸੇ ਮੰਤਰੀ ਦਾ ਢਿੱਡ ਖਰਾਬ ਹੋ ਸਕਦਾ, ਮੰਤਰੀ ਦੇ ਵੀ ਢਿੱਡ ਲੱਗੇ। ਮੰਤਰੀ ਵੀ ਸਾਡੇ ਵਾਂਗ ਸਾਰੀ ਜ਼ਿੰਦਗੀ ਜਿਉਂਦੇ ਨੇ, ਮੰਤਰੀ ਵੀ ਕਈ ਵਾਰੀ ਰਾਤ ਨੂੰ ਵੱਧ ਖਾਧਾ ਗਿਆ ਹੋ ਸਕਦਾ ਵੀ ਸਵੇਰੇ ਢਿੱਡ ਹੀ ਖਰਾਬ ਹੋ ਗਿਆ, ਹਾਂਜੀ ਜੀ। ਮੰਤਰੀ ਨੂੰ ਵੀ ਬੁਖਾਰ ਹੋਇਆ ਹੋ ਸਕਦਾ, ਜ਼ਰੂਰੀ ਨਹੀਂ ਵੀ ਮੰਤਰੀ ਨੂੰ ਜਿਹੜਾ ਬੁਖਾਰ ਹੋਵੇ ਉਹ ਕੋਵਿਡ ਵਾਲਾ ਹੀ ਹੋਵੇ, ਸਧਾਰਨ ਬੁਖਾਰ ਵੀ ਮੰਤਰੀ ਨੂੰ ਹੋ ਸਕਦਾ। ਸੋ ਕਾਰਨ ਤਾਂ ਕੋਈ ਵੀ ਹੋ ਸਕਦੇ ਅਗਰ ਕੋਈ ਮੰਤਰੀ ਮੰਡਲ ਦੀ ਬੈਠਕ 'ਚ ਨਹੀਂ ਆਉਂਦਾ। ਪਰ ਅਗਰ ਕੋਈ ਇੱਕ ਅੱਧੀ ਬੈਠਕ 'ਚ ਨਹੀਂ ਆਉਂਦਾ ਤੇ ਉਹਦੇ ਨਾਲ ਸਵਾਲ ਜ਼ਰੂਰ ਪੱਤਰਕਾਰ ਖੜੇ ਕਰਨਗੇ, ਕਿਉਂਕਿ ਉਹਨਾਂ ਦਾ ਕੰਮ ਹੈ ਕਿ ਮੰਤਰੀ ਕਿਉਂ ਨਹੀਂ ਆਇਆ। ਜਾਂ ਤਾਂ ਮੰਤਰੀ ਪ੍ਰੈਸ ਨੋਟ ਜਾਰੀ ਕਰੇ ਵੀ ਮੇਰਾ ਪੇਟ ਖਰਾਬ ਸੀ, ਮੈਂ ਇਸ ਕਰਕੇ ਮੰਤਰੀ ਮੰਡਲ ਦੀ ਬੈਠਕ 'ਚ ਨਹੀਂ ਆਇਆ, ਪਰ ਮੰਤਰੀ ਉਹ ਵੀ ਨਹੀਂ ਦੱਸਦੇ। ਇਸ ਕਰਕੇ ਤੁਸੀਂ ਅੰਦਾਜ਼ੇ ਲਾ ਸਕਦੇ ਹੋ ਨਾ ਮੰਤਰੀਆਂ ਤੋਂ। ਮੰਤਰੀਆਂ ਤੇ ਅੰਦਾਜ਼ੇ ਕਿਉਂ ਲੱਗਦੇ? ਕਿਉਂਕਿ ਮੰਤਰੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ। ਮੰਤਰੀ ਕਹਿੰਦੇ ਸੀ ਨਾ ਵੀ ਅਸੀਂ ਇਨਸਾਫ ਦੇਵਾਂਗੇ, ਲੋਕ ਤਾਂ ਹੀ ਸਵਾਲ ਕਰਦੇ ਆ ਨਾ ਵੀ ਮੰਤਰੀ ਸਾਹਿਬ ਇਨਸਾਫ ਦੇ ਦਿਓ। ਇਸ ਕਰਕੇ ਮੰਤਰੀਆਂ ਦੀ ਜਵਾਬਦੇਹੀ ਹੈ। ਅਗਰ ਮੰਤਰੀ ਮੰਡਲ ਦੀ ਬੈਠਕ 'ਚ ਨਹੀਂ ਆਉਂਦੇ ਤੇ ਪੱਤਰਕਾਰ ਵੀ ਸਵਾਲ ਚੱਕਣਗੇ ਵੀ ਮੰਤਰੀ ਕਿਉਂ ਨਹੀਂ ਆਇਆ। ਪੱਤਰਕਾਰ ਪੋਲੀਟੀਕਲ ਐਨਾਲਿਸਿਸ ਕਰਨਗੇ ਜਾਂ ਮੰਤਰੀ ਸਾਫ਼ ਕਰੇ, ਪ੍ਰੈਸ ਨੋਟ ਦੇਵੇ ਵੀ ਮੇਰਾ ਢਿੱਡ ਖਰਾਬ ਹੈ ਮੈਂ ਇਸ ਕਰਕੇ ਨਹੀਂ ਆ ਰਿਹਾ, ਮੇਰੀ ਸਿਹਤ ਖਰਾਬ ਹੈ, ਮੇਰਾ ਪੇਟ ਖਰਾਬ ਹੈ ਮੈਂ ਇਸ ਕਰਕੇ ਨਹੀਂ ਆ ਰਿਹਾ। ਉਹ ਤਾਂ ਕਹਿੰਦੇ ਹੀ ਨਹੀਂ ਵੀ ਅਸੀਂ ਕਿਉਂ ਨਹੀਂ ਆ ਰਹੇ। ਉਹ ਤਾਂ ਪਹਿਲਾਂ ਮੀਟਿੰਗਾਂ ਨੂੰ ਨਹੀਂ ਸੀ ਮੰਨਦੇ ਵੀ ਮੀਟਿੰਗਾਂ ਹੋ ਰਹੀਆਂ ਨੇ, ਹੈ ਗਗਨ। ਹੌਲੀ ਹੌਲੀ ਗੱਲਾਂ ਬਾਹਰ ਆਈ ਜਾਂਦੀਆਂ ਨੇ। ਹੁਣ ਅਗਰ ਅੱਜ ਦੀ ਬੈਠਕ 'ਚ ਮੰਤਰੀ ਨਹੀਂ ਆਉਂਦੇ 2 3 4, ਤੇ ਕੈਪਟਨ ਅਮਰਿੰਦਰ ਨੇ ਤਾਂ ਕੋਸ਼ਿਸ਼ ਆਰੰਭੀ ਹੋਈ ਆ 2 3 ਦਿਨਾਂ ਦੀ। ਉਹਨਾਂ ਦੇ ਖਾਸ ਸਿਪਾਹ ਸਲਾਰ ਨੇ, ਉਹਨਾਂ ਦੇ ਸਾਥੀ ਨੇ ਖਾਸ, ਭਰਤਿੰਦਰ ਸਿੰਘ ਚਾਹਲ ਲਗਾਤਾਰ ਤਾਲਮੇਲ ਬਣਾ ਕੇ ਰੱਖਿਆ ਹੋਇਆ ਉਹਨਾਂ ਦਾ ਸਾਰਿਆਂ ਨਾਲ। ਉਹਨਾਂ ਦਾ ਚੰਗਾ ਆਪਣਾ ਪੋਲੀਟੀਕਲ ਕੱਦ ਹੈ ਪੰਜਾਬ 'ਚ, ਪੰਜਾਬ ਦੀ ਸਿਆਸਤ 'ਚ ਪਕੜ ਹੈ। ਉਹ ਵੀ ਲੱਗੇ ਹੋਏ ਨੇ ਸਮਝਾਉਣ ਬੁਝਾਉਣ ਵੀ ਜਿੰਨੇ ਕੈਪਟਨ ਅਮਰਿੰਦਰ ਖੇਮੇ 'ਚ ਰਹਿਣ ਉਨੀ ਚੰਗੀ ਗੱਲ ਹੈ। ਸਾਰਿਆਂ ਦਾ ਜ਼ੋਰ ਲੱਗਿਆ ਕਿਉਂਕਿ ਬਿਲਕੁਲ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਬਹੁਤ ਵੱਡੇ ਫੈਸਲੇ ਹੁਣ ਕਾਂਗਰਸ ਵਾਲੇ ਪੱਖ ਤੋਂ ਹੋਣਗੇ। ਅੱਜ ਡੱਲਾ ਸਾਹਿਬ ਹੁਣੀ ਵੀ ਚੰਡੀਗੜ੍ਹ ਜਿਹੜੇ ਕੈਬਨਿਟ ਬੈਠਕ ਦੇ ਚੱਲਦਿਆਂ ਪਹੁੰਚਣਗੇ ਚੰਡੀਗੜ੍ਹ ਦੇ ਵਿੱਚ, ਤੇ ਉੱਥੇ ਜੇ ਕੁਝ ਵੱਡਾ ਹੁੰਦਾ ਹੈ ਉਸ ਦੀ ਵੀ ਆਪਾਂ ਰਿਪੋਰਟ ਇਹਨਾਂ ਤੋਂ ਪਲ ਦੀ ਜ਼ਰੂਰ ਲਵਾਂਗੇ। ਮੈਂ ਬੈਠਕ ਵਾਲੀ ਥਾਂ ਤੇ ਨਹੀਂ ਜਾਣਾ ਜੀ, ਨਿਗਾਹ ਰੱਖਾਂਗੇ ਚੰਡੀਗੜ੍ਹ ਬਹਿ ਕੇ ਬੈਠਕ ਤੇ। ਬੈਠਕ ਕਿੱਥੇ ਹੋ ਰਹੀ ਹੈ, ਬੈਠਕ ਵਿਰਚੁਅਲ ਹੋਣੀ ਹੈ, ਕਿੱਥੇ ਹੋਣੀ ਹੈ, ਅਸੀਂ ਸਟੂਡੀਓ ਬੈਠਾਂਗੇ ਚੰਡੀਗੜ੍ਹ ਜੀ। ਬਿਲਕੁਲ। ਸੋ ਵੇਖਦੇ ਹਾਂ ਕਿ ਕੀ ਕੁਝ ਅੱਜ ਦੀ ਬੈਠਕ ਤੋਂ ਬਾਅਦ ਹੁੰਦਾ। ਜੇ ਕੋਈ ਵੱਡੀ ਚੀਜ਼ ਹੋਏਗੀ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਫਿਲਹਾਲ ਦੇ ਲਈ ਇਜਾਜ਼ਤ, ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ।